किताब काला कबूतर, लेखक मनमोहन बावा। कहानी झुमके। जगतार ने अख खोली तो देखा रात काफ़ी पै चुकी सी। चारे पासे बिल्कुल चुप। कदे कदे किसी जंगली जानवर की आवाज़ रात के हनेरे नूं चीरदी हुई निकल जाती। बांस नाल टंगी लालटैन दी मध्यम रोशनी झोंपड़ी विच चारे पासे खिलरी हुई सी। जगतार ने खेसी थल्लियों अपना हत्थ कढ के अपनी बांह अते अपने मत्थे नूं छुहाया ते फिर सुख दा साह लैंदे होए मन ही मन विच आखिया, हे वाहिगुरू, किन्ना सख्त बुखार सी। फिर उस नूं कुछ याद आया ते ਉਹ सिर ਉੱਚਾ करके इधर उधर देखण लगा। एक पासे भुंजे एक जुल्ली ਜਿਹੀ 'ਚ गुच्छा मुच्छा होई एक तीवी नूं वेख के उस दे घबराए चेहरे ते शांति पसर गई। उस नूं याद आया कि कई दिन तो उसने कुछ नहीं खाधा। मक्की दे दाणे सन, उन्हां नूं मुक्कियां 2-3 दिन हो गए सन। एक गां सी, उस नूं चित्रा चुक के लै गया। हुण बस एक बकरी रह गई सी। ਉਹ ਦੱਬੇ ਪੈਰੀਂ ਉੱਠਿਆ, ਬੰਦੂਕ ਵਿੱਚ ਕਾਰਤੂਸ ਭਰੇ ਤੇ ਦੂਜੇ ਹੱਥ ਵਿੱਚ ਟਾਰਚ ਚੁੱਕ ਕੇ ਬਾਹਰ ਨਿਕਲ ਗਿਆ। ਉਸ ਦੇ ਛੱਪਰ ਤੋਂ ਥੋੜ੍ਹੀ ਦੂਰ ਇੱਕ ਹਿਰਨਾਂ ਦੀ ਡਾਰ ਘਾਹ ਚਰ ਰਹੀ ਸੀ। ਜਗਤਾਰ ਹੌਲੀ ਹੌਲੀ ਪੈਰ ਚੁੱਕਦਾ ਅੱਗੇ ਵਧਿਆ। ਬੁਖਾਰ ਦੀ ਕਮਜ਼ੋਰੀ ਨਾਲ ਹਾਲੇ ਵੀ ਉਸ ਦੇ ਹੱਥ ਕੰਬ ਰਹੇ ਸਨ। ਉਸ ਨੇ ਇੱਕ ਦਰਖਤ ਦਾ ਸਹਾਰਾ ਲਿਆ, ਇੱਕ ਹੱਥ ਨਾਲ ਟਾਰਚ ਦੀ ਲਾਈਟ ਮਾਰੀ ਤੇ ਬੰਦੂਕ ਦਾ ਘੋੜਾ ਦਬਾ ਦਿੱਤਾ। ਗੋਲੀ ਦੀ ਆਵਾਜ਼ ਨਾਲ ਸਾਰਾ ਜੰਗਲ ਗੂੰਜ ਉੱਠਿਆ। ਹਿਰਨ ਛਾਲਾਂ ਮਾਰਦੇ ਦਰਖਤਾਂ ਦੇ ਝੁੰਡ ਵਿੱਚ ਅਲੋਪ ਹੋ ਗਏ। ਸਾਹਮਣੇ ਖਾਲੀ ਮੈਦਾਨ। ਜਗਤਾਰ ਮਾਯੂਸੀ ਤੇ ਕਮਜ਼ੋਰੀ ਕਾਰਨ ਉੱਥੇ ਹੀ ਗੋਡਿਆਂ ਪਰਨੇ ਬੈਠ ਗਿਆ। ਪੱਤਿਆਂ ਤੇ ਪੈਰਾਂ ਦੀ ਆਵਾਜ਼ ਸੁਣ ਕੇ ਜਗਤਾਰ ਨੇ ਟਾਰਚ ਮਾਰੀ ਤੇ ਬੋਲਿਆ, ਕੌਣ? ਮੈਂ ਰਜੀਆ, ਆਵਾਜ਼ ਆਈ। ਰਜੀਆ ਨੇ ਕੋਲ ਆ ਕੇ ਉਸ ਨੂੰ ਬਾਂਹ ਦਾ ਸਹਾਰਾ ਦੇ ਕੇ ਖੜਾ ਕੀਤਾ ਤੇ ਪੁੱਛਿਆ, ਕੁਝ ਹੋਇਆ? ਪਤਾ ਨਹੀਂ, ਸ਼ਾਇਦ ਫਾਇਰ ਖਾਲੀ ਗਿਆ। ਰਜੀਆ ਉਸ ਨੂੰ ਸਹਾਰਾ ਦਿੰਦੀ ਹੋਈ ਛਪਰੀ ਅੰਦਰ ਲੈ ਆਈ ਅਤੇ ਲੱਕੜਾਂ ਬਾਲ ਕੇ ਦੁੱਧ ਗਰਮ ਕਰਨ ਲੱਗੀ। ਰਜੀਆ ਦਾ ਰੰਗ ਜਰਾ ਕੁ ਪੱਕਾ ਤੇ ਚਿਹਰੇ 'ਤੇ ਇੱਕਾ ਦੁੱਕਾ ਮਾਤਾ ਦੇ ਦਾਗ ਸਨ। ਅੱਖਾਂ ਮੋਟੀਆਂ, ਨੱਕ ਤਿੱਖਾ, ਬੁੱਲ੍ਹ ਪਤਲੇ ਤੇ ਸਰੀਰ ਲੰਮਾ ਅਤੇ ਇਕਹਿਰਾ ਸੀ। 20 ਤੋਂ ਵੱਧ ਨਹੀਂ ਸੀ ਲੱਗਦੀ। ਵੇਖਣ ਵਾਲਾ ਉਸ ਨੂੰ ਹਸੀਨ ਤੇ ਬੇਸ਼ੱਕ ਨਹੀਂ ਸੀ ਕਹਿ ਸਕਦਾ, ਪਰ ਉਸ ਦੇ ਅੰਗਾਂ ਵਿੱਚ, ਚਾਲ ਵਿੱਚ ਤੇ ਅੱਖਾਂ ਵਿੱਚ ਜੰਗਲ 'ਚ ਰਹਿਣ ਵਾਲੇ ਲੋਕਾਂ ਵਾਲੀ ਖਾਸ ਤਰ੍ਹਾਂ ਦੀ ਖਿੱਚ ਸੀ, ਫੁਰਤੀਲਾਪਣ ਸੀ। ਤੇਰੀ ਸੇਵਾ ਨੇ ਮੈਨੂੰ ਬਚਾ ਲਿਆ, ਜਗਤਾਰ ਉਸ ਵੱਲ ਵੇਖਦਾ ਹੋਇਆ ਬੋਲਿਆ। ਜੇ ਤੂੰ ਨਾ ਹੁੰਦੀ ਤਾਂ ਪਤਾ ਨਹੀਂ ਮੇਰਾ ਕੀ ਹੋਣਾ ਸੀ, ਪਰ ਇਹ ਮੇਰੀ ਸੱਜੀ ਬਾਂਹ ਸੀ। ਫਿਰ ਕੁਝ ਦੇਰ ਚੁੱਪ ਰਹਿ ਕੇ ਬੋਲਿਆ, 3-4 ਦਿਨਾਂ ਤੱਕ ਨਦੀਆਂ ਦਾ ਪਾਣੀ ਉਤਰ ਜਾਏਗਾ ਤਾਂ ਮੈਂ ਤੈਨੂੰ ਤੇਰੇ ਘਰ ਛੱਡ ਆਵਾਂਗਾ। ਅਸਰਫ ਦੇ ਪਿੰਡ ਜਾਏਂਗੀ ਕਿ ਆਪਣੇ ਮਾਪਿਆਂ ਦੇ? ਰਜੀਆ ਆਪਣੇ ਗੋਡਿਆਂ 'ਤੇ ਸਿਰ ਰੱਖੀ ਚੁੱਪ-ਚਾਪ ਬੈਠੀ ਰਹੀ, ਸ਼ਾਇਦ ਰੋ ਰਹੀ ਸੀ। ਤੂੰ ਬੋਲਦੀ ਨਹੀਂ? ਰਜੀਆ ਨੇ ਸਿਰ ਉੱਪਰ ਚੁੱਕ ਕੇ ਅੱਖਾਂ ਪੂੰਝੀਆਂ ਤੇ ਬੋਲੀ, ਉਸ ਦੇ ਪਿੰਡ ਜਾ ਕੇ ਹੁਣ ਕੀ ਕਰਨਾ? ਤੇਰੇ ਮਾਪਿਆਂ ਦਾ ਪਿੰਡ ਕਿੱਥੇ ਆ? ਉਹ ਫੇਰ ਚੁੱਪ ਰਹੀ, ਪਰ ਸੋਚ ਰਹੀ ਸੀ, ਉੱਥੇ ਵੀ ਮੇਰਾ ਕੌਣ ਏ? ਮਤਰੇਈ ਮਾਂ ਕਿਸੇ ਬੁੱਢੇ ਕੋਲ ਵੇਚ ਕੇ ਪੈਸੇ ਖਰੇ ਕਰ ਲਵੇਗੀ। ਤੂੰ ਬੋਲਦੀ ਨਹੀਂ? ਇੰਨੇ ਦਿਨ ਤੋਂ ਕੁਝ ਵੀ ਤੇ ਨਹੀਂ ਬੋਲੀ। ਕੀ ਬੋਲਾਂ? ਉਸ ਨੇ ਪ੍ਰਸ਼ਨ ਭਰੀਆਂ ਅੱਖਾਂ ਨਾਲ ਜਗਤਾਰ ਵੱਲ ਤੱਕਿਆ। ਇੱਕ ਵੀ ਕੀ ਇਤਫਾਕ ਏ? ਜਗਤਾਰ ਦੇ ਮਨ ਵਿੱਚ ਪ੍ਰਸ਼ਨ ਜਿਹਾ ਉੱਠਿਆ। ਮਲੇਰੀਆ ਅਸਾਂ ਦੋਹਾਂ ਨੂੰ ਹੋਇਆ, ਪਰ ਉਹ ਮਰ ਗਿਆ, ਮੈਂ ਬਚ ਗਿਆ। ਤੇ ਉਸ ਨੂੰ ਸਮਝ ਨਾ ਆਇਆ ਕਿ ਅੱਗਿਓਂ ਰਜੀਆ ਨੂੰ ਕੀ ਆਖੇ। ਤੁਸੀਂ ਬਿਲਕੁਲ ਇਕੱਲੇ ਹੋ ਤੇ ਹਾਲੇ ਬੁਖਾਰ ਦਾ ਖਤਰਾ ਵੀ ਪੂਰੀ ਤਰ੍ਹਾਂ ਨਹੀਂ ਟਲਿਆ। ਤੁਹਾਡੀ ਘਰ ਵਾਲੀ ਆ ਜਾਏ ਤਾਂ ਮੈਂ ਆਪੇ ਚਲੀ ਜਾਵਾਂਗੀ ਤੇ
ਉਹ ਗਰਮ ਦੁੱਧ ਗਲਾਸ 'ਚ ਪਾ ਕੇ ਉਸ ਕੋਲ ਆ ਖੜੀ ਹੋਈ। ਜਗਤਾਰ ਨੇ ਰਜੀਆ ਵੱਲ ਤੱਕਿਆ ਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਵੇਖ ਕੇ ਜਗਤਾਰ ਦਾ ਦਿਲ ਉਸ ਲਈ ਹਮਦਰਦੀ ਨਾਲ ਭਰ ਆਇਆ। ਉਸ ਦਾ ਜੀਅ ਕੀਤਾ ਕਿ ਉਹ ਉਸ ਨੂੰ ਆਪਣੇ ਮੰਜੇ 'ਤੇ ਬਿਠਾਏ, ਉਸ ਦੇ ਅੱਥਰੂ ਪੂੰਝੇ, ਉਸ ਨੂੰ ਹੌਸਲਾ ਦੇਵੇ। ਉਂਝ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਇਸ ਜੰਗਲ ਵਿੱਚ ਇਕੱਲੇ ਰਹਿਣ ਦੀ ਆਦਤ ਹੋ ਗਈ ਸੀ, ਪਰ ਅੱਜ ਉਹ ਆਪਣੇ ਆਪ ਨੂੰ ਬਹੁਤ ਇਕੱਲਾ ਤੇ ਅਸਹਾਏ ਅਨੁਭਵ ਕਰ ਰਿਹਾ ਸੀ। ਉਹ ਆਪ ਵੀ ਇਹੀ ਚਾਹੁੰਦਾ ਸੀ ਕਿ ਰਜੀਆ ਇੱਥੇ ਹੀ ਰਹੇ, ਪਰ ਉਹ ਉਸ ਨੂੰ ਕਿਸੇ ਤਰ੍ਹਾਂ ਮਜਬੂਰ ਵੀ ਨਹੀਂ ਸੀ ਕਰਨਾ ਚਾਹੁੰਦਾ। ਰਜੀਆ ਦਾ ਉਸ ਉੱਤੇ ਬਹੁਤ ਵੱਡਾ ਅਹਿਸਾਨ ਸੀ। ਚੰਗਾ, ਹੁਣ ਸੌਂ ਜਾ, ਕੱਲ੍ਹ ਵੇਖਾਂਗੇ, ਜਗਤਾਰ ਨੇ ਆਖਿਆ। ਮਨ ਹੀ ਮਨ ਉਸ ਨੂੰ ਕੁਝ ਤਸੱਲੀ। ਉਹ ਇਹ ਵੀ ਜਾਣਦਾ ਸੀ ਕਿ ਅਮਰੋ ਨੂੰ ਆਉਂਦਿਆਂ ਪਤਾ ਨਹੀਂ ਹੋਰ ਕਿੰਨੇ ਮਹੀਨੇ ਸਾਲ ਲੱਗ ਜਾਣ। ਇੱਕ ਵਾਰੀ ਅਮਰੋ ਨੂੰ ਇੱਥੇ ਲੈ ਕੇ ਵੀ ਆਇਆ ਸੀ। ਇੰਨੀ ਸਾਰੀ ਜ਼ਮੀਨ ਵੇਖ ਕੇ ਉਹ ਖੁਸ਼ੀ ਨਾਲ ਨੱਚ ਉੱਠੀ ਸੀ। ਉਹ ਅਮਰੋ ਦੇ ਸਾਰੇ ਗਹਿਣੇ ਵੇਚ ਕੇ ਲਖੀਮਪੁਰ ਤੋਂ ਇੱਕ ਬਲਦਾਂ ਦੀ ਜੋੜੀ, ਇੱਕ ਗੱਡਾ, ਇੱਕ ਗਾਂ ਤੇ ਇੱਕ ਨਵੇਂ ਕਿਸਮ ਦਾ ਹਲ ਲੈ ਆਇਆ ਸੀ। ਗਾਂ ਵੇਖ ਕੇ ਅਮਰੋ ਬੋਲੀ, 7-8 ਸਾਲਾਂ ਤੱਕ ਸਾਡੇ ਪਾਸ ਕਈ ਜੋੜੀਆਂ ਹੋ ਜਾਣਗੀਆਂ, ਸਾਰੀ ਜ਼ਮੀਨ ਵੀ ਆਬਾਦ ਹੋ ਜਾਊ, ਫਿਰ ਅਸੀਂ ਇਹ ਨਰਕਟ ਦੀ ਛਪਰੀ ਦੀ ਥਾਂ ਪੱਕਾ ਮਕਾਨ ਬਣਾ ਲਵਾਂਗੇ, ਡੰਗਰਾਂ ਲਈ ਵੱਖਰਾ ਤੇ ਦਾਣਿਆਂ ਲਈ ਵੱਖਰਾ। ਅਮਰੋ ਦੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਛੋਟਾ ਮੁੰਡਾ ਬਿਮਾਰ ਹੋ ਗਿਆ। ਜਗਤਾਰ ਗੱਡਾ ਬੰਨ੍ਹ ਕੇ ਤੁਰ ਪਿਆ। ਸੋਚਿਆ ਸ਼ਹਿਰੋਂ ਦਵਾਈ ਵੀ ਲੈ ਆਊਂ ਤੇ ਦਾਣਾ ਪਾਣੀ ਵੀ। ਅੱਧ ਵਾਟ ਜਦ ਇੱਕ ਪਾਣੀ ਦੇ ਨਾਲੇ ਨੂੰ ਪਾਰ ਕਰਨ ਲੱਗਾ ਤਾਂ ਪਹੀਆ ਵਿੱਚ ਫਸ ਗਿਆ। ਫਿਰ ਇੱਕ ਬੁਲਦ ਨਿਕਲ ਕੇ ਨੱਸ ਗਿਆ। ਜਗਤਾਰ ਨੇ ਮੋਢਾ ਦੇ ਕੇ ਗੱਡਾ ਪਾਰ ਕੀਤਾ। ਮੋਢਾ ਲਹੂ ਲੁਹਾਨ ਹੋ ਗਿਆ। ਫਿਰ ਜੰਗਲ 'ਚੋਂ ਬੁਲਦ ਫੜ ਕੇ ਜੋੜਿਆ, ਪਰ ਜਦੋਂ ਤੱਕ ਉਹ ਸ਼ਹਿਰੋਂ ਦਵਾਈ ਲੈ ਕੇ ਘਰ ਵਾਪਸ ਪੁੱਜਾ ਤਾਂ ਮੁੰਡਾ ਆਖਰੀ ਸਾਹ ਲੈ ਰਿਹਾ ਸੀ। ਬਥੇਰੀਆਂ ਦਵਾਈਆਂ ਦਿੱਤੀਆਂ, ਪਰ ਸਵੇਰ ਹੁੰਦੇ ਤੱਕ ਖਤਮ ਹੋ ਗਿਆ। ਜਿਸ ਜ਼ਮੀਨ ਨੂੰ ਵੇਖ ਕੇ ਅਮਰੋ ਨੱਚ ਉੱਠੀ ਸੀ, ਉਸ ਤੋਂ ਹੁਣ ਉਸ ਨੂੰ ਡਰ ਆਉਣ ਲੱਗਾ ਤੇ ਉਹ ਰੋਂਦੀ ਹੋਈ ਬੋਲੀ, ਚੱਲੋ ਵਾਪਸ ਚੱਲੀਏ, ਇਹ ਜ਼ਮੀਨ ਸਾਨੂੰ ਸਾਰਿਆਂ ਨੂੰ ਖਾ ਜਾਏਗੀ। ਇਸ ਤੋਂ ਤਾਂ ਪਿੰਡ ਦੀ ਰੁੱਖੀ ਮਿੱਸੀ ਚੰਗੀ। ਤੂੰ ਠੀਕ ਆਣੀ ਏ ਅਮਰੋ, ਜਾ ਤੂੰ ਵੱਡੇ ਨੂੰ ਲੈ ਕੇ ਪਿੰਡ ਚਲੀ ਜਾ, ਪਰ ਮੈਂ ਹੁਣ ਵਾਪਸ ਨਹੀਂ ਜਾ ਸਕਦਾ। ਮੈਂ ਬਹੁਤ ਦੂਰ ਨਿਕਲ ਆਇਆ ਹਾਂ। ਜਦੋਂ ਸਭ ਠੀਕ ਹੋ ਜਾਊ ਤਾਂ ਬੁਲਾ ਲਵਾਂਗਾ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਜਦ ਉਹ ਆਪਣੇ ਇੱਕ ਦੋਸਤ ਨਾਲ ਜੇਬ 'ਚ ਪੈਸੇ ਪਾ ਕੇ ਰਾਜਾ ਹਰੀਰਾਜ ਸਿੰਘ ਕੋਲ ਆਇਆ ਸੀ ਤਾਂ ਉਸ ਨੇ ਵੀ ਕਿਹਾ ਸੀ, ਸੋਚ ਵਿਚਾਰ ਲਓ, ਸਸਤੀ ਜ਼ਮੀਨ ਦੇਖ ਕੇ ਲਾਲਚ ਵਿੱਚ ਨਾ ਪਵੋ। ਅੱਵਲ ਤੇ ਕਿਸੇ ਜੰਗਲੀ ਜਾਨਵਰ ਨੇ ਪਾੜ ਖਾਣਾ ਏ, ਜੇ ਉਸ ਤੋਂ ਬਚ ਗਏ ਤਾਂ ਮਲੇਰੀਏ ਨੇ ਨਹੀਂ ਛੱਡਣਾ, ਤੇ ਉੱਪਰੋਂ ਚੋਰ ਡਾਕੂ ਵੱਖਰੇ। ਲੋਕਾਂ ਦੀ ਚੇਤਾਵਨੀ ਦਿੱਤੀ। ਇੱਥੇ ਲਸ਼ਕਰਾਂ ਦੇ ਲਸ਼ਕਰ, ਕਬੀਲਿਆਂ ਦੇ ਕਬੀਲੇ ਮਲੇਰੀਏ ਦੀ ਭੇਂਟ ਚੜ੍ਹ ਗਏ ਤੇ ਉਹਨਾਂ ਦੀਆਂ ਹੱਡੀਆਂ ਇਹਨਾਂ ਜੰਗਲਾਂ ਦੇ ਦਰਖਤਾਂ ਦੀ ਖਾਦ ਬਣ ਗਈਆਂ। ਪਰ ਜਗਤਾਰ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹ ਸੋਚਿਆ, ਪਿੱਛੇ ਵੀ ਕੀ ਏ, 15 ਕਿੱਲੇ ਜ਼ਮੀਨ ਤੇ ਉਹ ਵੀ 3 ਭਰਾਵਾਂ 'ਚ ਵੰਡੀ ਗਈ। ਵੱਡੇ ਭਰਾ ਨੇ ਆਖਿਆ ਸੀ, ਤੇਰਾ ਕੱਦ ਕਾਠ ਚੰਗਾ ਏ, ਫੌਜ ਵਿੱਚ ਭਰਤੀ ਹੋ ਜਾ, ਥੋੜ੍ਹੇ ਹੀ ਦਿਨਾਂ 'ਚ ਕਰਨਲ ਹੋ ਜਾਏਗਾ। ਪਰ ਉਹ ਫੌਜ ਵਿੱਚ ਭਰਤੀ ਨਹੀਂ ਸੀ ਹੋਣਾ ਚਾਹੁੰਦਾ। ਕਾਲਜ ਵਿੱਚ ਕਮਿਊਨਿਸਟਾਂ ਤੇ ਕ੍ਰਾਂਤੀਕਾਰੀਆਂ ਨਾਲ ਦੋਸਤੀ ਹੋ ਗਈ। ਜਲਸਿਆਂ ਜਲੂਸਾਂ ਵਿੱਚ ਨਾਅਰੇ ਲਾਉਂਦਾ ਰਿਹਾ। ਸੈਰ ਸ਼ਿਕਾਰ ਦਾ ਵੀ ਸ਼ੌਂਕ। ਫਿਰ ਪਾਸ ਕੀ ਹੋਣਾ ਸੀ। 2 ਸਾਲ ਫੇਲ ਹੁੰਦਾ ਰਿਹਾ। ਤੀਜੇ ਸਾਲ ਘਰ ਵਾਲਿਆਂ ਪੜ੍ਹਾਈ ਛੁਡਾ ਕੇ ਵਿਆਹ ਕਰ ਦਿੱਤਾ। ਇੱਥੇ ਤਰਾਈ ਵਿੱਚ ਆ ਕੇ ਵਸਣ ਦੀ ਸਭ ਤੋਂ ਵੱਡੀ ਖਿੱਚ ਉਸ ਲਈ ਜੰਗਲ ਦਾ ਖੁੱਲ੍ਹਾਪਣ ਤੇ ਸ਼ਿਕਾਰ ਹੀ ਸੀ। ਉੱਥੇ ਸਤਲੁਜ ਦੀ ਬੇਟ 'ਤੇ ਸਾਰਾ ਦਿਨ ਬੰਦੂਕ ਲੈ ਕੇ ਫਿਰਦੇ ਰਹੋ ਤਾਂ ਇੱਕ ਸਿਹਾ ਵੀ ਮੁਸ਼ਕਿਲ ਨਾਲ ਮਿਲਦਾ। ਇੱਥੇ ਬੂਹਿਓਂ ਬਾਹਰ ਨਿਕਲੋ ਤਾਂ ਹਿਰਨ ਮਾਰ ਲਓ, ਤੇ ਜੋ ਮਜ਼ਾ ਜੰਗਲੀ ਸੂਰ, ਚੀਤੇ ਜਾਂ ਸ਼ੇਰ ਦੇ ਸ਼ਿਕਾਰ ਵਿੱਚ ਸੀ, ਉਹ ਭਲਾ ਹੋਰ ਕਿੱਥੇ ਮਿਲਣਾ ਸੀ। ਪਰ ਸ਼ਾਇਦ ਇਸ ਤੋਂ ਵੱਡੀ ਖਿੱਚ ਸੀ ਕਿਸੇ ਨਵੇਂ, ਕਿਸੇ ਵੱਖਰੇ ਰਾਹ 'ਤੇ ਚੱਲਣ ਦੀ, ਸਾਹਸ ਅਤੇ ਖਤਰਿਆਂ ਭਰਿਆ ਜੀਵਨ ਜਿਉਣ ਦੀ। ਮਨ ਵਿੱਚ ਕੁਝ ਨਵਾਂ ਕਰਨ ਦਾ ਉਤਸ਼ਾਹ ਸੀ, ਜੋਸ਼ ਸੀ। ਇੱਥੋਂ ਬਾਰੇ ਲੋਕ ਠੀਕ ਹੀ ਕਹਿੰਦੇ ਸਨ। ਉਸ ਵਾਂਗ ਕਈ ਜੱਟ ਭਰਾ ਪੰਜਾਬ ਤੋਂ ਆਏ ਤੇ ਉਸ ਦੇ ਵੇਖਦੇ ਹੀ ਵੇਖਦੇ ਕਈ ਪਰਿਵਾਰ ਮਲੇਰੀਏ ਅਤੇ ਜੰਗਲੀ ਜਾਨਵਰਾਂ ਦੀ ਭੇਟ ਚੜ੍ਹ ਗਏ।
ਕਈ ਜ਼ਮੀਨ ਛੱਡ ਕੇ ਵਾਪਸ ਚਲੇ ਗਏ, ਪਰ ਹੁਣ ਉਹ ਵਾਪਸ ਵੀ ਕਿਸ ਮੂੰਹ ਨਾਲ ਜਾਂਦਾ। ਪਿਛਲੀ ਜ਼ਮੀਨ ਅਤੇ ਵਹੁਟੀ ਦੇ ਗਹਿਣੇ ਵੇਚੇ, ਫੌਜ ਦੀ ਨੌਕਰੀ ਨੂੰ ਲੱਤ ਮਾਰੀ, ਇੱਕ ਮੁੰਡੇ ਦੀ ਬਲੀ ਦਿੱਤੀ। ਕੀ ਇਹ ਕਾਫੀ ਨਹੀਂ? ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਜੇ ਜਿਉਣਾ ਹੈ ਤਾਂ ਇੱਥੇ ਹੀ, ਤੇ ਜੇ ਮਰਨਾ ਹੈ ਤਾਂ ਵੀ ਇੱਥੇ ਹੀ, ਵਾਪਸ ਨਹੀਂ ਜਾਣਾ, ਜਾਂ ਲੱਖ ਜਾਂ ਕੱਖ। ਦੂਜੇ ਦਿਨ ਜਗਤਾਰ ਸਵੇਰੇ ਸਾਰ ਬੰਦੂਕ ਚੁੱਕ ਕੇ ਜੰਗਲ ਵੱਲ ਤੁਰ ਪਿਆ। ਰਜੀਆ ਨੇ ਜਦ ਕੁਝ ਖਾਣ ਪੀਣ ਲਈ ਕਿਹਾ ਤਾਂ ਬੋਲਿਆ, ਅੱਜ ਤੇ ਸ਼ਿਕਾਰ ਕਰਕੇ ਹੀ ਖਾਵਾਂਗਾ। ਉਂਝ ਵੀ ਉਹ ਜਾਣਦਾ ਸੀ ਕਿ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ। ਮੈਂ ਵੀ ਨਾਲ ਚੱਲਦੀ ਹਾਂ, ਰਜੀਆ ਬੋਲੀ। ਮੈਂ ਇਕੱਲੀ ਇੱਥੇ ਬੈਠੀ ਕੀ ਕਰਾਂਗੀ? ਤੇ ਉਹ ਵੀ ਕਾਰਤੂਸ ਵਾਲਾ ਥੈਲਾ ਚੁੱਕ ਕੇ ਨਾਲ ਤੁਰ ਪਈ। ਰੁੱਖਾਂ ਦੇ ਪੱਤਿਆਂ ਨੂੰ ਛੂੰਹਦੀ ਰੁਮਕ ਰੁਮਕ ਹਵਾ ਚੱਲ ਰਹੀ ਸੀ। ਕਦੀ ਕੋਈ ਪੰਛੀ ਬੋਲਦਾ ਤਾਂ ਸਾਰਾ ਜੰਗਲ ਜਿਵੇਂ ਖਿੜ ਉੱਠਦਾ। ਜਗਤਾਰ ਨੇ ਇੱਕ ਲੰਮਾ ਸਾਹ ਭਰਿਆ ਤੇ ਰਜੀਆ ਵੱਲ ਦੇਖਦੇ ਹੋਏ ਬੋਲਿਆ, ਅੱਜ ਬੜਾ ਚੰਗਾ ਤੇ ਤਾਜ਼ਾ ਮਹਿਸੂਸ ਕਰ ਰਿਹਾ ਹਾਂ। ਬੜੇ ਦਿਨਾਂ ਬਾਅਦ ਘਰੋਂ ਨਿਕਲੇ ਹੋ, ਇਸ ਕਰਕੇ, ਰਜੀਆ ਬੋਲੀ। ਇੱਕ ਹਿਰਨਾਂ ਅਤੇ 12 ਸਿੰਗਿਆਂ ਦਾ ਝੁੰਡ ਦਿਸ ਪਿਆ। ਇੱਕ ਵੱਡਾ ਸਾਰਾ 12 ਸਿੰਗਾ ਸਿਰ ਚੁੱਕ ਕੇ ਹਵਾ ਸੁੰਘਣ ਲੱਗਾ ਤੇ ਫਿਰ ਅਚਾਨਕ ਸਾਰੇ ਹਿਰਨ ਚੌਂਕੜੀਆਂ ਭਰਦੇ ਜੰਗਲ ਵੱਲ ਦੌੜ ਪਏ। ਜਗਤਾਰ ਨੇ ਨਿਸ਼ਾਨਾ ਬੰਨ੍ਹ ਕੇ ਘੋੜਾ ਦੱਬਿਆ ਤੇ ਠਾਹ ਦੀ ਆਵਾਜ਼ ਨਾਲ ਇੱਕ ਹਿਰਨ ਉੱਥੇ ਹੀ ਢੇਰ ਹੋ ਗਿਆ। ਜਗਤਾਰ ਨੇ ਸ਼ਿਕਾਰ ਮੋਢੇ ਉੱਤੇ ਚੁੱਕਿਆ, ਬੰਦੂਕ ਰਜੀਆ ਨੂੰ ਫੜਾਈ। ਉਹ ਦੋਵੇਂ ਘਰ ਵੱਲ ਤੁਰ ਪਏ। ਇਸ ਤੋਂ ਬਾਅਦ ਨਾ ਤੇ ਰਜੀਆ ਨੇ ਜਾਣ ਦਾ ਨਾਂ ਲਿਆ ਤੇ ਨਾ ਹੀ ਕਦੀ ਜਗਤਾਰ ਨੇ ਜ਼ਿਕਰ ਕੀਤਾ। 3-4 ਵਰ੍ਹੇ ਹੋਰ ਬੀਤ ਗਏ। ਜਗਤਾਰ ਨੇ ਅੱਧੀ ਤੋਂ ਵੱਧ ਜ਼ਮੀਨ ਸਾਫ਼ ਕਰਕੇ ਆਬਾਦ ਕਰ ਲਈ। ਤੋਰੀਏ ਤੇ ਕਮਾਦ ਲਈ ਇਹ ਧਰਤੀ ਬਹੁਤ ਮਾਫਕ ਸਾਬਤ ਹੋਈ। ਅਸ਼ਰਫ ਦੇ ਮਰਨ ਤੋਂ ਬਾਅਦ ਰਜੀਆ ਦੇ ਇੱਕ ਬੱਚਾ ਵੀ ਹੋ ਗਿਆ ਸੀ। ਜਗਤਾਰ ਤੇ ਰਜੀਆ ਨੂੰ ਲੈ ਕੇ ਲੋਕਾਂ ਵਿੱਚ ਬੜੇ ਚਰਚੇ ਹੁੰਦੇ ਰਹੇ, ਪਰ ਉਸ ਦੇ ਸਾਹਮਣੇ ਕੋਈ ਕੁਝ ਨਾ ਬੋਲਦਾ। ਇੱਕ ਤੇ ਜਗਤਾਰ ਦਾ ਦਬਦਬਾ ਬਹੁਤ ਸੀ ਤੇ ਦੂਜਾ ਲੋਕ ਉਸ ਨਾਲ ਆਪਣੇ ਸੰਬੰਧ ਵਿਗਾੜਨਾ ਨਹੀਂ ਸੀ ਚਾਹੁੰਦੇ। ਕਦੀ ਵੀ ਇੱਕ ਦੂਜੇ ਦੀ ਲੋੜ ਪੈ ਜਾਂਦੀ। ਸਮਾਂ ਹੀ ਐਸਾ ਸੀ, ਕਦੀ ਹਾਥੀਆਂ ਦੇ ਸਮੂਹ ਨੂੰ ਭਜਾਉਣ ਦੀ ਸਮੱਸਿਆ, ਕਦੀ ਇੱਥੋਂ ਦੇ ਪੁਰਾਣੇ ਵਸਨੀਕਾਂ ਨਾਲ ਝਗੜੇ, ਤੇ ਹੁਣ ਤਾਂ ਕਈ ਡਾਕੂਆਂ ਦੇ ਜੱਥਿਆਂ ਨੇ ਵੀ ਆਲੇ ਦੁਆਲੇ ਦੇ ਜੰਗਲਾਂ ਵਿੱਚ ਆਪਣੇ ਅੱਡੇ ਬਣਾ ਲਏ ਸਨ। ਉਨੀ ਦਿਨੀਂ ਬਸ਼ੀਰੇ ਡਾਕੂ ਦਾ ਬੜਾ ਚਰਚਾ ਸੀ। ਕਦੀ ਉਹ ਸ਼ਹਿਰਾਂ 'ਚ ਡਾਕੇ ਮਾਰ ਕੇ ਇੱਧਰ ਆ ਲੁਕਦਾ, ਕਦੀ ਪਿੰਡਾਂ ਦੇ ਲੋਕਾਂ ਕੋਲੋਂ ਮਾਲ ਵਸੂਲ ਕਰਦਾ। ਪਿੰਡਾਂ ਦੇ ਪੁਰਾਣੇ ਵਸਨੀਕ ਇਸ ਦੇ ਨਾਂ ਤੋਂ ਥਰ-ਥਰ ਕੰਬਦੇ ਸਨ। ਕਿਸੇ ਪਿੰਡ ਵਿੱਚ ਵੀ ਜਾ ਕੇ ਮੰਜੇ 'ਤੇ ਬੈਠ ਜਾਂਦਾ ਤੇ ਸਰਪੰਚ ਨੂੰ ਬੁਲਾ ਕੇ ਕਹਿੰਦਾ, ਜਾਓ ਸਾਰਿਆਂ ਤੋਂ 2-2 ਰੁਪਈਏ ਵਸੂਲ ਕੇ ਲਿਆਓ, ਨਹੀਂ ਤੇ ਪਿੰਡ ਨੂੰ ਅੱਗ ਲਗਾ ਦਿਆਂਗਾ। ਤੇ ਖਾ ਪੀ ਕੇ ਅਤੇ ਰੁਪਈਆ ਦੀ ਪੋਟਲੀ ਸੰਭਾਲਦਾ ਹੋਇਆ ਚਲਾ ਜਾਂਦਾ। ਬਸ਼ੀਰੇ ਦੀ ਅੱਖ ਕਈ ਦਿਨਾਂ ਤੋਂ ਰਜੀਆ 'ਤੇ ਸੀ। ਉਹ ਹੁਣ ਚੰਗਾ ਖਾਂਦੀ ਪੀਂਦੀ ਤੇ ਹੰਢਾਉਂਦੀ ਸੀ। ਰੰਗ ਰੂਪ ਵੀ ਖੂਬ ਨਿਖਰ ਆਇਆ। ਬਸ਼ੀਰਾ ਜਗਤਾਰ ਸਿੰਘ ਦੇ ਫਾਰਮ ਦੁਆਲੇ ਕਈ ਚੱਕਰ ਲਾ ਚੁੱਕਾ ਸੀ। 1-2 ਵਾਰ ਖੇਤਾਂ ਵਿੱਚ ਬਸ਼ੀਰੇ ਤੇ ਰਜੀਆ ਦਾ ਟਾਕਰਾ ਵੀ ਹੋ ਗਿਆ। ਬਸ਼ੀਰੇ ਨੇ ਕਿਹਾ, ਵੇਖ ਤੂੰ ਮੁਸਲਮਾਨ ਏ ਤੇ ਮੈਂ ਵੀ ਮੁਸਲਮਾਨ, ਇਹ ਕਾਫਰ ਕੋਲ ਕਿਉਂ ਰਹਿਨੀ ਏ? ਤੇ ਜਦ ਇਸ ਦੀ ਆਪਣੀ ਘਰ ਵਾਲੀ ਆ ਗਈ ਤਾਂ ਤੇਰਾ ਕੀ ਹੋਵੇਗਾ? ਤੇ ਰਜੀਆ ਬਿਨਾਂ ਕੋਈ ਜਵਾਬ ਦਿੱਤੇ ਪਰਤ ਆਈ ਸੀ, ਪਰ ਉਸ ਨੇ ਇਸ ਬਾਰੇ ਜਗਤਾਰ ਨੂੰ ਦੱਸਣਾ ਮੁਨਾਸਿਬ ਨਹੀਂ ਸਮਝਿਆ। ਜਗਤਾਰ ਦੇ ਫਾਰਮ ਨਾਲ ਇੱਕ ਵੱਡਾ ਸਾਰਾ ਤਲਾਅ ਸੀ, ਜਿਸ ਦੇ ਅੱਧੇ ਹਿੱਸੇ ਦਾ ਪਟਾ ਇਸ ਦੇ ਆਪਣੇ ਨਾਂ ਕਰਵਾਇਆ ਹੋਇਆ ਸੀ। ਤਲਾਅ ਵਿੱਚੋਂ ਚਾਹੇ ਕੋਈ ਕਿਸੇ ਪਾਸਿਓਂ ਮੱਛੀਆਂ ਫੜਦਾ, 2-4 ਉਸ ਨੂੰ ਦਿੱਤੇ ਬਿਨਾਂ ਨਹੀਂ ਸੀ ਜਾ ਸਕਦਾ। ਇਹ ਉਸ ਦਾ ਹੱਕ ਸੀ ਤੇ ਕੁਝ ਪਰੰਪਰਾ ਵੀ ਬਣ ਗਈ ਸੀ। ਇੱਕ ਦਿਨ ਜਗਤਾਰ ਨੂੰ ਪਤਾ ਲੱਗਾ ਕਿ ਬਸ਼ੀਰਾ ਆਪਣੇ ਸਾਥੀਆਂ ਨਾਲ ਤਲਾਅ ਦੇ ਕੰਢੇ ਬੈਠਾ ਏ। ਜਗਤਾਰ ਨੇ ਆਪਣਾ ਇੱਕ ਨੌਕਰ ਭੇਜਿਆ ਤੇ ਕਿਹਾ, ਸਰਦਾਰ ਜਗਤਾਰ ਸਿੰਘ ਨੇ 8-10 ਮੱਛੀਆਂ ਮੰਗਵਾਈਆਂ ਨੇ। ਜਗਤਾਰ ਨੇ ਨਾਲ ਦੇ ਫਾਰਮਾਂ ਤੋਂ ਪ੍ਰਤਾਪ ਤੇ ਕਰਨੈਲ ਸਿੰਘ ਨੂੰ ਬੁਲਾ ਲਿਆ। ਨੌਕਰ ਤੋਂ ਪੁੱਛ ਪ੍ਰਤੀਤ ਕਰਨ ਤੋਂ ਪਤਾ ਲੱਗਾ ਕਿ ਬਸ਼ੀਰੇ ਕੋਲ ਬੰਦੂਕਾਂ ਨਹੀਂ, ਸ਼ਾਇਦ ਖਾਲੀ ਹੱਥ ਹੀ ਸਨ। ਉਹਨਾਂ ਨੇ ਵੀ ਬੰਦੂਕਾਂ ਚੁੱਕਣੀਆਂ ਮੁਨਾਸਿਬ ਨਹੀਂ ਸਮਝੀਆਂ। ਜਾਣ ਲੱਗਿਆ ਰਜੀਆ ਨੇ ਅੰਦਰ ਬੁਲਾ ਕੇ ਕਿਹਾ, ਐਵੇਂ ਡਾਕੂਆਂ ਨਾਲ ਕਾਹਨੂੰ ਮੱਥਾ ਲਾਉਂਦੇ ਹੋ? ਆਖਰ ਮੱਛੀਆਂ ਹੀ ਤੇ ਨੇ। ਅੱਗਿਓਂ ਜਗਤਾਰ ਬੋਲਿਆ, ਵੇਖ ਰਜੀਆ ਬੇਗਮ, ਇੱਥੇ ਜੰਗਲ ਦਾ ਰਾਜ ਏ। ਅੱਜ ਜੇ ਇਹ ਆਰਾਮ ਨਾਲ ਮੱਛੀਆਂ ਲੈ ਗਿਆ ਤਾਂ ਕੱਲ੍ਹ ਨੂੰ ਕੁਝ ਹੋਰ। ਤੇ ਫੇਰ ਪਿਛਲੇ ਹਫ਼ਤੇ ਹੀ ਉਸ ਦੇ
ਬੰਦਿਆਂ ਨੇ ਕਰਨੈਲ ਸਿੰਘ ਦੇ ਮੁੰਡੇ ਤੇ ਨੂੰਹ ਨੂੰ ਘੇਰ ਲਿਆ ਸੀ। ਜੇ ਉਸ ਕੋਲ ਉਸ ਵੇਲੇ ਬੰਦੂਕ ਨਾ ਹੁੰਦੀ ਤਾਂ ਮਾਰਿਆ ਗਿਆ ਸੀ ਨਾ। ਹੁਣ ਅਸੀਂ ਹਰ ਵਕਤ ਬੰਦੂਕਾਂ ਥੋੜ੍ਹਾ ਹੀ ਚੁੱਕੀ ਫਿਰਨਾ ਏ। ਉਹ ਡਾਂਗਾਂ ਲਈ ਤਲਾਅ 'ਤੇ ਪਹੁੰਚ ਗਏ। ਬਸ਼ੀਰਾ ਆਪਣੇ 4-5 ਬੰਦਿਆਂ ਨਾਲ ਇੱਕ ਪਾਸੇ ਜਾਲ ਪਾਈ ਬੈਠਾ ਸੀ। ਉਹਨਾਂ ਤੋਂ ਕੁਝ ਦੂਰ 2-3 ਥੈਲੇ ਮੱਛੀਆਂ ਨਾਲ ਭਰੇ ਪਏ ਸਨ। ਜਗਤਾਰ ਨੇ ਇਸ਼ਾਰਾ ਕੀਤਾ ਤੇ ਕਰਨੈਲ ਨੇ ਇੱਕ ਮੱਛੀਆਂ ਦਾ ਭਰਿਆ ਝੋਲਾ ਚੁੱਕ ਲਿਆ। ਇਹ ਕੀ ਏ? ਬਸ਼ੀਰੇ ਨੇ ਰੋਹਬ ਨਾਲ ਪੁੱਛਿਆ। ਮੈਂ ਆਦਮੀ ਭੇਜਿਆ ਸੀ, ਤੂੰ ਖਾਲੀ ਮੋੜਤਾ। ਆਖਰ ਮੈਨੂੰ ਆਪ ਆਉਣਾ ਪਿਆ। ਜਗਤਾਰ ਵੀ ਕੜਕ ਕੇ ਬੋਲਿਆ। ਸਰਦਾਰ ਜੀ, ਤੁਹਾਨੂੰ ਪਤਾ ਨਹੀਂ ਮੈਂ ਕੌਣ ਹਾਂ? ਕਦੀ ਬਸ਼ੀਰ ਖਾਂ ਦਾ ਨਾਂ ਸੁਣਿਆ? ਅਸੀਂ ਰੋਲੇ ਪਠਾਨ ਹਾਂ, ਉਸ ਨੇ ਛਾਤੀ ਫੁਲਾਉਂਦੇ ਹੋਏ ਆਖਿਆ। ਤੂੰ ਕਦੀ ਜਗਤਾਰ ਸਿੰਘ ਦਾ ਨਾਂ ਨਹੀਂ ਸੁਣਿਆ? ਜਗਤਾਰ ਨੇ ਬਰਾਬਰ ਦਾ ਜਵਾਬ ਦਿੰਦੇ ਹੋਏ ਆਖਿਆ। ਅਸੀਂ ਪੰਜਾਬ ਦੇ ਜੱਟ ਹਾਂ, ਕੋਈ ਪੂਰਬੀਏ ਕਲਾਲ ਨਹੀਂ। ਪਛਤਾਏਂਗਾ ਸਰਦਾਰਾ। ਆਪਣੇ ਆਪ ਝੋਲਾ ਇੱਧਰ ਰੱਖ ਤੇ ਵਾਪਸ ਮੁੜ ਜਾ। ਜੇ ਹੌਸਲਾ ਹੈ ਤਾਂ ਖੋਹ ਲੈ, ਜਗਤਾਰ ਨੇ ਵੰਗਾਰਿਆ। ਬਸ਼ੀਰਾ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਤੇ ਬਾਹਾਂ ਟੰਗਦਾ ਹੋਇਆ ਅੱਗੇ ਵਧਿਆ। ਬਸ਼ੀਰੇ ਦੇ ਇੱਕ ਆਦਮੀ ਨੇ ਝਾੜੀਆਂ ਪਿੱਛੇ ਲੁਕਾਈ ਹੋਈ ਬੰਦੂਕ ਚੁੱਕ ਲਈ। ਜਗਤਾਰ ਬੰਦੂਕ ਵੇਖ ਕੇ ਕੁਝ ਘਬਰਾ ਗਿਆ, ਪਰ ਆਪਣਾ ਡਰ ਲੁਕਾਉਂਦੇ ਹੋਏ ਕੜਕਵੀਂ ਆਵਾਜ਼ ਵਿੱਚ ਬੋਲਿਆ, ਰੱਖ ਦੇ ਓਏ ਬੰਦੂਕ। ਤੇਰਾ ਖਿਆਲ ਏ ਸਾਡੇ ਪਾਸ ਹਥਿਆਰ ਨਹੀਂ? ਪਰ ਹੁਣ ਉਸ ਨੇ ਬੰਦੂਕ ਦੀ ਨਾਲੀ ਜਗਤਾਰ ਵੱਲ ਘੁਮਾ ਦਿੱਤੀ। ਜਗਤਾਰ ਹਾਲੇ ਸੋਚ ਹੀ ਰਿਹਾ ਸੀ ਕਿ ਕਰੇ ਕਿ ਇੰਨੇ ਨੂੰ ਦਰਖਤਾਂ ਵੱਲੋਂ ਠਾਹ ਦੀ ਆਵਾਜ਼ ਆਈ ਤੇ ਸਾਰਾ ਵਾਤਾਵਰਨ ਗੋਲੀ ਦੀ ਆਵਾਜ਼ ਨਾਲ ਗੂੰਜ ਉੱਠਿਆ। ਬੰਦੂਕੀਏ ਦੇ ਪੈਰਾਂ ਕੋਲੋਂ ਦੀ ਮਿੱਟੀ ਉੱਛਲ ਪਈ ਤੇ ਉਹ ਘਬਰਾ ਕੇ 4 ਕਦਮ ਪਿੱਛੇ ਹਟ ਗਿਆ। ਜਗਤਾਰ ਨੇ ਸਮਝ ਲਿਆ ਕਿ ਇਹ ਉਸ ਦੀ ਟੂੰ-ਟੂੰ ਦੀ ਰਫਲ ਦੀ ਆਵਾਜ਼ ਹੈ। ਉਸ ਨੂੰ ਪਿੱਛੋਂ ਪਤਾ ਲੱਗਾ ਕਿ ਗੋਲੀ ਰਜੀਆ ਨੇ ਚਲਾਈ ਸੀ। ਕਿਸੇ ਨੇ ਬਸ਼ੀਰੇ ਦੇ ਕੰਨ ਵਿੱਚ ਕਿਹਾ, ਰਹਿਣੇ ਦੋ ਉਸਤਾਦ, ਮਾਰ ਖਾ ਜਾਓਗੇ। ਬਸ਼ੀਰੇ ਨੂੰ ਵੀ ਗੱਲ ਛੇਤੀ ਹੀ ਸਮਝ ਵਿੱਚ ਆ ਗਈ ਸੀ ਤੇ ਉਸਨੇ ਬੰਦੂਕੀਏ ਨੂੰ ਗੰਦੀ ਜਿਹੀ ਗਾਲ ਕੱਢਦੇ ਹੋਏ ਆਖਿਆ, ਓਏ ਥੱਲੇ ਰੱਖ ਬੰਦੂਕ। ਇਹ ਤੇ ਸਾਡੀ ਆਪਸੀ ਦਿਲ ਲੱਗੀ ਏ। ਮਰੀਆਂ ਮੱਛੀਆਂ ਪਿੱਛੇ ਲੜਨਾ ਕੋਈ ਚੰਗਾ ਲੱਗਦਾ? ਓਏ ਰਹਿਮਤ ਖਾਂ ਦੇ ਸਰਦਾਰ ਨੂੰ ਵਧੀਆ ਰਾਹੂ ਵਾਲਾ ਇੱਕ ਥੈਲਾ। ਜਗਤਾਰ ਲਖੀਮਪੁਰ ਦੇ ਮੇਲੇ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਰਜੀਆ ਨੂੰ ਸੋਹਣੇ ਸੋਹਣੇ ਕੱਪੜੇ ਪਾਈ ਤਿਆਰ ਖੜੀ ਦੇਖ ਕੇ ਬੋਲਿਆ, ਚੱਲਣਾ ਏ? ਤੁਸੀਂ ਜਾਣਦੇ ਹੋ? ਉਹ ਹੌਂਕਾ ਜਿਹਾ ਲੈਂਦੇ ਹੋਏ ਬੋਲੀ, ਨਾ ਤੁਸੀਂ ਮੈਨੂੰ ਲੈ ਕੇ ਜਾਓਗੇ ਤੇ ਨਾ ਹੀ ਮੈਂ ਜਾ ਸਕਦੀ ਹਾਂ। ਮੇਰੀ ਇਹ ਕਿਸਮਤ ਕਿੱਥੇ? ਜਗਤਾਰ ਨੇ ਨਜ਼ਰ ਭਰ ਕੇ ਉਸ ਵੱਲ ਤੱਕਿਆ ਤੇ ਮਨ ਹੀ ਮਨ ਕਹਿ ਉੱਠਿਆ, ਰੂਪ ਕਿਵੇਂ ਨਿਖਰ ਆਇਆ ਏ ਤੇ ਕਿਵੇਂ ਸ਼ਾਂਤੀ ਅਤੇ ਸਬਰ ਦੀ ਮੂਰਤ ਬਣੀ ਖੜੀ ਏ। ਅਚਾਨਕ ਉਸ ਨੂੰ ਉਸ ਦੇ ਰਾਤ ਵੇਲੇ ਮਘਦੇ ਸਰੀਰ ਤੇ ਬੇਤਾਬ ਬਾਹਾਂ ਦੀ ਕੱਸ ਯਾਦ ਆ ਗਈ। ਉਸ ਦਾ ਮਨ ਬੇਈਮਾਨ ਹੋ ਉੱਠਿਆ ਤੇ ਉਹ ਸ਼ਰਾਰਤ ਭਰੇ ਲਹਿਜੇ 'ਚ ਬੋਲਿਆ, ਤਾਂ ਫਿਰ ਇੰਜ ਸੱਜ ਧੱਜ ਕੇ ਕਿਉਂ ਖੜੀ ਏ? ਮੈਨੂੰ ਜਾਣ ਤੋਂ ਰੋਕਣ ਦਾ ਇਰਾਦਾ ਤੇ ਨਹੀਂ? ਮੈਂ ਭਲਾ ਕਿਸ ਕਾਬਲ ਹਾਂ ਅਤੇ ਨਾ ਹੀ ਕੋਈ ਐਸਾ ਇਰਾਦਾ ਏ, ਪਰ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਦਾ ਏ ਕਿ ਕੁਝ ਵਾਪਰਨ ਵਾਲਾ ਏ, ਜਿਵੇਂ ਮੈਨੂੰ ਕੋਈ ਕਹਿ ਰਿਹਾ ਹੋਵੇ, ਇਹ 4-5 ਸਾਲ ਸਿਰਫ ਸੁਪਨਾ ਹੀ ਸਨ। ਇਹ ਜੋ ਵੇਖ ਰਹੀ ਹਾਂ ਸੁਪਨਾ ਹੀ ਹੈ। ਕਦੀ ਕਦੀ ਤੈਨੂੰ ਕੀ ਹੋ ਜਾਂਦਾ ਏ? ਉਸ ਵੱਲ ਤੱਕਦਿਆਂ ਉਹ ਬੇਪਰਵਾਹੀ ਨਾਲ ਆਖਿਆ, ਅੱਛਾ ਦੱਸ, ਤੇਰੇ ਲਈ ਲਖੀਮਪੁਰ ਤੋਂ ਕੀ ਲੈ ਕੇ ਆਵਾਂ? ਉਹ ਰਜੀਆ ਦੇ ਕੰਨਾਂ ਵਿੱਚ ਲਟਕਦੇ ਚਾਂਦੀ ਦੇ ਝੁਮਕਿਆਂ ਵੱਲ ਵੇਖਦੇ ਹੋਏ ਬੋਲਿਆ, ਜੋ ਉਸ ਨੇ ਉਸ ਲਈ ਪਿਛਲੀ ਵਾਰੀ ਮੇਲੇ ਤੋਂ ਲਿਆ ਕੇ ਦਿੱਤੇ ਸਨ। ਇਹ ਇੱਕ ਖਤ ਆਇਆ ਹੋਇਆ ਏ, ਉਸ ਨੇ ਬਹੁਤ ਗੰਭੀਰ ਲਹਿਜੇ ਵਿੱਚ ਕਿਹਾ ਤੇ ਇੱਕ ਖਤ ਉਸ ਵੱਲ ਵਧਾ ਦਿੱਤਾ। ਸ਼ਾਇਦ ਤੁਸੀਂ ਵੇਖਿਆ ਨਹੀਂ। ਕਦੋਂ ਆਇਆ ਇਹ ਖਤ? ਕੱਲ੍ਹ ਡਾਕੀਆ ਦੇ ਕੇ ਗਿਆ। ਮੈਂ ਤੁਹਾਡੀ ਮੇਜ਼ 'ਤੇ ਰੱਖ ਦਿੱਤਾ ਸੀ, ਸੋਚਿਆ ਤੁਸੀਂ ਆਪੇ ਵੇਖ ਲਵੋਗੇ। ਜਗਤਾਰ ਖਤ ਖੋਲ੍ਹ ਕੇ ਪੜ੍ਹਨ ਲੱਗਾ। ਅਮਰੋ ਦਾ ਸੀ। ਲਿਖਿਆ ਸੀ, ਤੁਸੀਂ ਤਾਂ ਨਹੀਂ ਆਏ, ਮੈਂ ਆਪੇ ਆ ਰਹੀ ਹਾਂ। ਲਖੀਮਪੁਰ ਦੇ ਸਟੇਸ਼ਨ 'ਤੇ 15 ਤਰੀਕ ਨੂੰ ਆ ਕੇ ਲੈ ਜਾਣਾ। ਜੇ ਸਟੇਸ਼ਨ 'ਤੇ ਨਹੀਂ ਪਹੁੰਚੇ ਤਾਂ ਮੈਂ ਸਮਝ ਲਵਾਂਗੀ ਕਿ ਤੁਹਾਨੂੰ ਮੇਰੀ ਲੋੜ ਨਹੀਂ, ਮੈਂ ਵਾਪਸ ਮੁੜ ਜਾਵਾਂਗੀ। ਜੀਤੂ ਤੇ ਕਰਮੀ ਵੀ ਮੇਰੇ ਨਾਲ ਆ ਰਹੇ ਨੇ। ਘਰੋਂ ਆਇਆ ਏ। ਕੀ ਲਿਖਿਆ ਏ? ਰਜੀਆ
ਉਸ ਦੇ ਪੀਲੇ ਪੈ ਰਹੇ ਚਿਹਰੇ ਵੱਲ ਵੇਖਦੀ ਹੋਈ ਬੋਲੀ। ਉਹ 15 ਤਰੀਕ ਤੇ ਅੱਜ ਏ? ਉਹ ਹੜਕੜਾਉਂਦੇ ਹੋਏ ਬੋਲਿਆ। ਉਹ ਆ ਰਹੀ ਏ ਅੱਜ, ਤਾਂ ਫੇਰ ਲੈ ਆਓ ਜਾ ਕੇ। ਰਜੀਆ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੋਈ ਬੋਲੀ ਤੇ ਫੇਰ ਬਾਹਰ ਨਿਕਲ ਗਈ। ਜਗਤਾਰ ਕੁਝ ਦੇਰ ਖੜ੍ਹਾ ਸੋਚਦਾ ਰਿਹਾ ਤੇ ਫੇਰ ਬਾਹਰ ਜਾ ਕੇ ਰਜੀਆ ਕੋਲ ਖੜ੍ਹਾ ਹੋ ਗਿਆ। ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਉਸ ਤਲਾਅ ਦੇ ਕੋਲ ਪੱਕਾ ਮਕਾਨ ਬਣਾ ਦੇਵਾਂਗਾ। ਉਸ ਦੇ ਨਾਲ ਲੱਗਦੀ 30 ਕਿੱਲੇ ਜ਼ਮੀਨ ਵੀ ਤੇਰੇ ਮੁੰਡੇ ਦੇ ਨਾਂ ਲਿਖਾ ਦੇਵਾਂਗਾ। ਰਜੀਆ ਚੁੱਪਚਾਪ ਸੁਣਦੀ ਤੇ ਅੱਥਰੂ ਘੇਰਦੀ ਰਹੀ। ਉਹ ਕਰਨੈਲ ਸਿੰਘ ਦਾ ਟਰੈਕਟਰ ਲੈ ਕੇ ਲਖੀਮਪੁਰ ਪਹੁੰਚ ਗਿਆ। ਉਸ ਦਾ ਮੀਤੂ 8 ਸਾਲ ਦਾ ਤੇ ਕਰਮੀ 5 ਸਾਲ ਦੀ ਹੋ ਗਈ ਸੀ। ਉਸ ਨੇ ਦੋਹਾਂ ਨੂੰ ਚੁੱਕ ਕੇ ਟਰੈਕਟਰ 'ਤੇ ਬਿਠਾਇਆ ਤੇ ਟਰੈਕਟਰ ਸਟਾਰਟ ਕਰ ਦਿੱਤਾ। ਰਸਤੇ ਵਿੱਚ ਅਮਰੋ ਬੋਲੀ, ਮੈਂ ਜਾਣਦੀ ਹਾਂ ਕਿ ਤੁਸੀਂ ਇੰਨੇ ਵਰੇ ਮੈਨੂੰ ਕਿਉਂ ਲੈਣ ਨਹੀਂ ਆਏ। ਉਹ ਮੇਰੀ ਸੌਂਕਣ ਹਾਲੇ ਵੀ ਇੱਥੇ ਹੀ ਹੈ ਨਾ? ਸੁਣਿਆ ਬਹੁਤ ਸੋਹਣੀ ਹੈ, ਬੰਦੂਕ ਚਲਾਉਂਦੀ ਏ, ਸ਼ਿਕਾਰ ਖੇਡਣਾ ਜਾਣਦੀ ਏ ਤੁਹਾਡੇ ਨਾਲ। ਪਰ ਜਾਂ ਉਹ ਰਵੇਗੀ ਜਾਂ ਮੈਂ ਰਹਾਂ। ਸਮਝਾਉਣ ਦਾ ਬੜਾ ਯਤਨ ਕੀਤਾ ਕਿ ਉਸ ਨੇ ਕਈ ਵਾਰੀ ਮੇਰੀ ਜਾਨ ਬਚਾਈ ਏ। ਜੇ ਉਹ ਨਾ ਹੁੰਦੀ ਤਾਂ ਅੱਜ ਜਗਤਾਰ ਤੇਰੇ ਸਾਹਮਣੇ ਬੈਠਾ ਗੱਲਾਂ ਨਾ ਕਰ ਰਿਹਾ ਹੁੰਦਾ। ਉਹ ਵਿਚਾਰੀ ਬਿਲਕੁਲ ਇਕੱਲੀ ਏ, ਕਿੱਥੇ ਜਾਏਗੀ? ਪਰ ਅਮਰੋ ਬਿਲਕੁਲ ਨਾ ਮੰਨੀ। ਫਾਰਮ 'ਤੇ ਜਾ ਕੇ ਕੀ ਹੋਵੇਗਾ, ਸਾਰੇ ਰਸਤੇ ਜਗਤਾਰ ਇਹੀ ਸੋਚਦਾ ਰਿਹਾ। ਰਜੀਆ ਨੇ ਸਾਰਿਆਂ ਲਈ ਰੋਟੀ ਬਣਾ ਕੇ ਰੱਖੀ ਹੋਵੇਗੀ, ਸ਼ਾਇਦ ਸਾਡਾ ਸਵਾਗਤ ਕਰਨ ਲਈ ਬੂਹੇ 'ਤੇ ਖੜ੍ਹੀ ਹੋਵੇ। ਇਹ ਦੋਵੇਂ ਤੀਵੀਆਂ ਕਿਵੇਂ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ? ਫਾਰਮ 'ਤੇ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਸ ਦੇ ਕੁੱਤੇ ਸ਼ੇਰੂ ਨੇ ਉਸ ਦਾ ਸਵਾਗਤ ਕੀਤਾ। ਉਹ ਬੁਰੀ ਤਰ੍ਹਾਂ ਭੌਂਕ ਰਿਹਾ ਸੀ ਤੇ ਉਸ ਦਾ ਕੁੜਤਾ ਮੂੰਹ ਵਿੱਚ ਫੜ ਕੇ ਖਿੱਚ ਰਿਹਾ ਸੀ। ਜਗਤਾਰ ਦਾ ਦਿਲ ਅੰਦਰੋਂ ਹੀ ਅੰਦਰ ਘਬਰਾ ਉੱਠਿਆ। ਬੂਹੇ 'ਤੇ ਕੋਈ ਨਹੀਂ ਸੀ। ਅੰਦਰ ਬਿਸਤਰੇ ਲੱਗੇ ਹੋਏ ਤੇ ਰਸੋਈ ਵਿੱਚ ਸਬਜ਼ੀ, ਖੀਰ ਤੇ ਰੋਟੀਆਂ ਪੱਕੀਆਂ ਹੋਈਆਂ ਸਨ। ਸਭ ਕੁਝ ਸੀ ਪਰ ਰਜੀਆ ਨਹੀਂ ਸੀ। ਤੁਹਾਡੀ ਰਜੀਆ ਬੇਗਮ ਕਿੱਥੇ ਹੈ? ਨਜ਼ਰ ਨਹੀਂ ਆਉਂਦੀ। ਕਿੱਥੇ ਲੁਕਾ ਦਿੱਤਾ ਏ ਉਸਨੂੰ? ਅਮਰੋ ਨੇ ਇੱਧਰ ਉੱਧਰ ਵੇਖਦੇ ਹੋਏ ਵਿਅੰਗ ਨਾਲ ਪੁੱਛਿਆ। ਪਤਾ ਨਹੀਂ, ਇੱਥੇ ਹੀ ਹੋਵੇਗੀ। ਪਰ ਅੰਦਰੋਂ ਅੰਦਰ ਉਹ ਸਮਝ ਗਿਆ ਸੀ ਕਿ ਰਜੀਆ ਚਲੀ ਗਈ ਏ। ਅਚਾਨਕ ਉਸ ਨੂੰ ਸਭ ਕੁਝ ਸੌਖਾ ਜਿਹਾ ਲੱਗਣ ਲੱਗਾ, ਜਿਵੇਂ ਕੋਈ ਭਾਰੀ ਮੁਸੀਬਤ ਟਲ ਗਈ ਹੋਵੇ। ਪਰ ਨਾਲ ਹੀ ਨਾਲ ਮਨ ਵਿੱਚ ਇੱਕ ਖੋਹ ਜਿਹੀ ਵੀ ਉੱਠਣ ਲੱਗ ਪਈ, ਜਿਵੇਂ ਅੰਦਰ ਸਭ ਕੁਝ ਖਾਲੀ ਹੋ ਗਿਆ ਹੋਵੇ। ਜਿਵੇਂ ਇਹ ਟੂੰ ਦੀ ਰਫਲ, ਇਹ ਜ਼ਮੀਨ, ਇਹ ਛਪਰੀ ਉਸ ਦੇ ਜੀਵਨ ਦਾ ਹਿੱਸਾ ਸੀ। ਰਜੀਆ ਵੀ ਉਸ ਦੀ ਜ਼ਿੰਦਗੀ ਦਾ ਇੱਕ ਅੰਗ ਬਣ ਗਈ ਸੀ। ਪਿਛਲੇ 5 ਸਾਲਾਂ ਵਿੱਚ ਵਾਪਰੀਆਂ ਘਟਨਾਵਾਂ, ਯਾਦਾਂ ਉਸ ਦੇ ਦਿਮਾਗ ਵਿੱਚ ਘੇਰਾ ਪਾ ਕੇ ਨੱਚਣ ਲੱਗੀਆਂ। ਕਦੀ ਕੋਈ ਸ਼ਿਕਵਾ ਨਹੀਂ, ਕੋਈ ਮੰਗ ਨਹੀਂ, ਜਿਵੇਂ ਜੋ ਕੁਝ ਸੀ ਉਹ ਵੀ ਜੀਵਨ 'ਚੋਂ ਉਧਾਰ ਲੈ ਰਹੀ ਹੋਵੇ। ਅੰਤਰ ਮਨ ਵਿੱਚ ਜਗਤਾਰ ਨੂੰ ਇਸ ਦਾ ਵੀ ਅਹਿਸਾਸ ਸੀ ਕਿ ਰਜੀਆ ਦਿਨ ਰਾਤ ਉਸ ਦੇ ਨਾਲ ਰਹਿੰਦਿਆਂ ਵੀ ਉਸ ਦੀ ਨਹੀਂ ਸੀ। ਸ਼ਾਇਦ ਇਹੀ ਉਹਨਾਂ ਦੇ ਆਪਸੀ ਸਬੰਧਾਂ ਦਾ ਸਭ ਤੋਂ ਵੱਡਾ ਆਕਰਸ਼ਣ ਸੀ। ਅਮਰੋ ਦੇ ਮਨ ਨੂੰ ਸ਼ਾਂਤੀ ਤੇ ਮਿਲੀ, ਪਰ ਇੱਕ ਮਲਾਲ ਵੀ ਰਹਿ ਗਿਆ ਕਿ ਉਹ ਰਜੀਆ ਨੂੰ ਵੇਖ ਨਹੀਂ ਸੀ ਸਕੀ। ਜੋ ਕੁਝ ਉਸ ਨੂੰ ਕਹਿਣਾ ਚਾਹੁੰਦੀ ਸੀ, ਕਹਿ ਨਹੀਂ ਸੀ ਸਕੀ, ਤੇ ਜਾਂਦਿਆਂ ਜਾਂਦਿਆਂ ਇੱਕ ਲੰਮਾ ਕਿੱਲ ਉਸ ਦੇ ਕਲੇਜੇ ਵਿੱਚ ਖੋਭ ਗਈ ਸੀ ਕਿ ਰਜੀਆ ਇਸ ਤਰ੍ਹਾਂ ਸਭ ਕੁਝ ਛੱਡ ਕੇ ਚਲੇ ਜਾਣ ਨਾਲ ਉਸ ਤੋਂ ਬਹੁਤ ਉੱਚੀ ਹੋ ਗਈ ਸੀ। ਉੱਚੀ ਤੇ ਮਹੱਤਵਪੂਰਨ ਇਹ ਵੀ ਕਿ ਉਹ ਜਗਤਾਰ ਦੇ ਮਨ ਵਿੱਚੋਂ ਉਸ ਦੀ ਯਾਦ ਨੂੰ ਮਿਟਾਉਣ ਵਿੱਚ ਕਦੀ ਵੀ ਕਾਮਯਾਬ ਨਹੀਂ ਹੋ ਸਕੇਗੀ। ਖੇਤਾਂ ਵਿੱਚ ਫਿਰਦਿਆਂ ਤੇ ਰਾਤੀਂ ਬਿਸਤਰੇ 'ਤੇ ਲੰਮੇ ਪਿਆਂ ਸ਼ਾਇਦ ਜਗਤਾਰ ਹਮੇਸ਼ਾ ਰਜੀਆ ਬਾਰੇ ਹੀ ਸੋਚਦਾ ਰਹੇ। ਸਭ ਕੁਝ ਆਮ ਦਿਨਾਂ ਵਾਂਗ ਚੱਲਦਾ ਰਿਹਾ, ਜਿਵੇਂ ਰਜੀਆ ਨਾਂ ਦਾ ਜੀਵ ਇੱਥੇ ਕਦੇ ਰਹਿੰਦਾ ਹੀ ਨਾ ਹੋਵੇ। ਬਸ ਇੱਕ ਕਬਰ ਦੀ ਢੇਰੀ ਸੀ ਅਸ਼ਰਫ ਦੀ, ਜਿਸ 'ਤੇ ਜਗਤਾਰ ਉਸ ਦੀ ਬਰਸੀ ਵਾਲੇ ਦਿਨ ਦੀਵਾ ਜਗਾ ਦਿੰਦਾ। ਉਹ ਕਦੇ ਸ਼ਿਕਾਰ ਦੇ ਬਹਾਨੇ ਇਕੱਲਾ ਜੰਗਲ ਵਿੱਚ ਘੁੰਮਦਾ ਰਹਿੰਦਾ। ਕਿਸੇ ਦੱਸਿਆ ਉਹ ਬਸ਼ੀਰੇ ਡਾਕੂ ਨਾਲ ਰਹਿਣ ਲੱਗ ਪਈ ਏ। ਕੋਈ ਕਹਿੰਦਾ ਪਲੀਏ ਦੇ ਮੇਲੇ ਵਿੱਚ ਵੇਖੀ ਸੀ, ਤੇ ਫੇਰ ਪਤਾ ਲੱਗਾ ਕਿ ਉਹ ਕਿਸੇ ਟੱਪਰੀਵਾਸ ਟੋਲੇ ਨਾਲ ਰਲ ਕੇ ਨੇਪਾਲ ਵੱਲ ਚਲੀ ਗਈ ਏ। ਨੇਪਾਲ ਦੀ ਹੱਦ ਉਸ ਦੇ ਫਾਰਮ ਤੋਂ ਕੋਈ ਬਹੁਤੀ ਦੂਰ ਨਹੀਂ ਸੀ। 1-2 ਵਾਰੀ ਉਹ ਚੋਰੀ ਛਿਪੇ ਨੇਪਾਲ ਦੀ ਹੱਦ ਪਾਰ ਕਰਕੇ ਉੱਧਰ ਗਿਆ ਵੀ, ਪਰ ਕੋਈ ਖਾਸ ਥਹੁ ਪਤਾ ਨਾ ਲੱਗਾ। ਹੌਲੀ ਹੌਲੀ ਜ਼ਮੀਨ ਆਬਾਦ ਹੋ ਗਈ। ਇੱਕ ਵਾਰ ਅਚਾਨਕ ਕਮਾਦ ਦਾ ਭਾਅ ਦੂਣਾ ਹੋ ਗਿਆ।
ਰੋਜ਼ ਟਰਾਲੀਆਂ ਭਰ ਕੇ ਪਲੀਏ ਦੀ ਸ਼ੂਗਰ ਮਿੱਲ ਵਿੱਚ ਜਾਂਦੀਆਂ। ਨੋਟਾਂ ਨਾਲ ਪੀਪੇ ਭਰ ਗਏ। ਲਖੀਮਪੁਰ ਤੋਂ ਜਾ ਕੇ ਇੱਕ ਟਰੈਕਟਰ ਵੀ ਲੈ ਆਇਆ। ਪੱਕਾ ਮਕਾਨ ਵੀ ਬਣਾ ਲਿਆ। ਫਿਰ ਉਸ ਦੇ ਮਨ ਵਿੱਚ ਆਇਆ, ਜ਼ਿੰਦਗੀ ਵਿੱਚ ਬੜੀ ਮਿਹਨਤ ਕੀਤੀ, ਹੁਣ ਕੁਝ ਆਰਾਮ ਕਰਨਾ ਚਾਹੀਦਾ ਏ। 3-4 ਨੌਕਰ ਤਾਂ ਹਮੇਸ਼ਾ ਹੀ ਰਹਿੰਦੇ ਸਨ। ਇੱਕ ਕਾਰ ਵੀ ਲੈ ਲਈ। ਪਲੀਏ ਤੋਂ ਉਸ ਦੇ ਪਿੰਡ ਤੱਕ ਪੱਕੀ ਸੜਕ ਪਹਿਲਾਂ ਹੀ ਬਣ ਗਈ। ਪਿਛਲੇ ਸਾਲ ਤੇਲ ਦਾ ਭਾਅ ਵਧਿਆ ਤਾਂ ਇਸ ਸਾਲ ਇਹਨਾਂ 50 ਖੇਤਾਂ ਵਿੱਚ ਤੋਰੀਆਂ ਲਾ ਲਈਆਂ। ਜਦ ਪੱਕ ਗਈਆਂ ਤਾਂ ਕਟਵਾ ਕੇ ਖੇਤਾਂ ਵਿੱਚ ਸੁੱਕਣ ਲਈ ਵਿਛਾ ਦਿੱਤਾ। ਸੁੱਕ ਕੇ ਚੁੱਕਣ ਲਈ ਤਿਆਰ ਹੋਇਆ ਤਾਂ ਲੇਬਰ ਭੱਜ ਗਈ। ਸ਼ਾਮ ਪਿਆ ਹਜ਼ਾਰਾਂ ਦੀ ਸੰਖਿਆ ਵਿੱਚ ਤੋਤੇ ਆਉਂਦੇ ਤੇ ਤੋਰੀਆਂ ਚੁਗਣ ਲੱਗਦੇ। ਜਗਤਾਰ ਨੂੰ ਚਿੰਤਾ ਹੋਈ। ਇਸ ਤਰ੍ਹਾਂ ਪਿਆ ਰਿਹਾ ਤਾਂ 1 ਲੱਖ ਦਾ ਤੋਰੀਆ ਕੁਝ ਹੀ ਦਿਨਾਂ 'ਚ ਤੋਤਿਆਂ ਦੇ ਢਿੱਡ ਵਿੱਚ ਚਲਾ ਜਾਏਗਾ। ਪਤਾ ਲੱਗਾ ਤਾਂ ਨੇਪਾਲ ਦੀ ਸੀਮਾ ਲਾਗੇ ਕੁਝ ਟੱਪਰੀਵਾਸ ਮਜ਼ਦੂਰ ਟੱਪਰੀਆਂ ਪਾਈ ਬੈਠੇ ਨੇ। ਜਗਤਾਰ ਨੇ ਆਪਣੇ ਵੱਡੇ ਮੁੰਡੇ ਹਰਮੀਤ ਨੂੰ ਬੁਲਾ ਕੇ ਆਖਿਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨਾਲ ਦਿਹਾੜੀ ਦਾ ਪੱਕਾ ਕਰਕੇ ਲੈ ਆਵੇ। ਹਰਮੀਤ ਜਾ ਕੇ ਉਹਨਾਂ ਨੂੰ ਲੈ ਤੇ ਆਇਆ, ਪਰ 12 ਰੁਪਏ ਦਿਹਾੜੀ ਦੇ ਹਿਸਾਬ ਨਾਲ, ਪਹਿਲਾਂ ਤੋਂ 2 ਰੁਪਏ ਵੱਧ। ਉੱਪਰੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਕਿ ਇੰਨੇ ਤੋਂ ਇੰਨੇ ਵਜੇ ਤੱਕ ਕੰਮ ਕਰਾਂਗੇ, ਕਿਸੇ ਨੂੰ ਗਾਲ ਨਹੀਂ ਕੱਢਣੀ ਹੋਵੇਗੀ, ਤੀਵੀਆਂ ਨਾਲ ਕੋਈ ਛੇੜਛਾੜ ਜਾਂ ਮਜ਼ਾਕ ਨਹੀਂ ਕਰੇਗਾ। ਵੇਖੋ ਕਿਹਾ ਜ਼ਮਾਨਾ ਆ ਗਿਆ ਏ, ਜਗਤਾਰ ਸਿੰਘ ਬੜਬੜਾਇਆ। ਕੋਈ ਵਕਤ ਸੀ ਕਿ ਅਠਿਆਨੀ ਲੈ ਕੇ ਸਵੇਰ ਤੋਂ ਰਾਤ ਤੱਕ ਗੁਲਾਮਾਂ ਵਾਂਗ ਕੰਮ ਕਰਦੇ ਸਨ। ਮਜਾਲ ਏ ਕੁਸਕ ਵੀ ਜਾਣ। ਇਸ ਤਰ੍ਹਾਂ ਜਦ ਹਰ ਸਾਲ ਮਜ਼ਦੂਰ ਆਉਂਦੇ ਤਾਂ ਹਰਮੀਤ ਲਈ ਵੀ ਨਵੀਆਂ ਕੁੜੀਆਂ ਨਾਲ ਸੌਣ ਦਾ ਵਧੀਆ ਮੌਕਾ ਹੁੰਦਾ। ਉਹ ਆਪਣੇ ਗੁਮਾਸ਼ਤੇ ਰਮਕੂ ਨੂੰ ਬੁਲਾ ਕੇ ਹਦਾਇਤ ਦਿੰਦਾ ਤੇ ਉਹ ਰਾਤ ਨੂੰ ਹੁੰਦਿਆਂ ਹੀ ਕਿਸੇ ਨਾ ਕਿਸੇ ਨੂੰ ਲੈ ਆਉਂਦਾ। ਹਰਮੀਤ ਉਹਨਾਂ ਦੀਆਂ ਸ਼ਰਤਾਂ ਸੁਣ ਕੇ ਸ਼ਾਇਦ ਵਾਪਸ ਪਰਤ ਆਉਂਦਾ, ਪਰ ਜਦ ਉਸ ਨੇ 2-3 ਸੋਹਣੀਆਂ ਕੁੜੀਆਂ ਵੇਖੀਆਂ ਤਾਂ ਉਸ ਦਾ ਮਨ ਲਲਚਾ ਗਿਆ ਤੇ ਉਸ ਨੇ ਰਮਕੂ ਨੂੰ ਆਖਿਆ ਸੀ, ਇਹਨਾਂ ਕੋਲ ਮਾਲ ਤੇ ਬੜਾ ਵਧੀਆ ਏ, ਪਰ ਇਹਨਾਂ ਦੇ ਮੁੰਡੇ ਬੜੇ ਅੜਬ ਨੇ। ਰਮਕੂ ਨੇ ਕਿਹਾ। ਜਗਤਾਰ ਸਿੰਘ ਬੋੜ ਥੱਲੇ ਮੰਜੇ ਡਾਹ ਕੇ ਬੈਠ ਗਿਆ। ਕੁਝ ਸਾਲ ਪਹਿਲਾਂ ਇੱਥੇ ਉਸ ਦਾ ਛੱਪਰ ਹੁੰਦਾ ਸੀ ਤੇ ਕੋਲ ਹੀ ਅਸ਼ਰਫ ਦੀ ਕਬਰ। ਹੁਣ ਤਾਂ ਪੱਕਾ ਮਕਾਨ ਇੱਥੋਂ ਅੱਧਾ ਕਿਲੋਮੀਟਰ ਵਾਟ ਦੂਰ ਸੜਕ ਦੇ ਲਾਗੇ ਬਣਾ ਲਿਆ ਸੀ। ਜਦ ਦੇ ਘਰ ਵਿੱਚ ਚੰਗੇ ਪੈਸੇ ਆਉਣੇ ਸ਼ੁਰੂ ਹੋਏ, ਸ਼ਰਾਬ ਖੂਬ ਪੀਣ ਲੱਗ ਪਿਆ ਸੀ। ਖੇਤਾਂ ਦਾ ਸਾਰਾ ਕੰਮ ਕਾਮੇ ਮਜ਼ਦੂਰ ਕਰਦੇ ਤੇ ਜਗਤਾਰ ਹੁਣ ਖਾ ਖਾ ਕੇ ਖੂਬ ਮੋਟਾ ਹੋ ਗਿਆ ਸੀ। ਅੱਜ ਤੋਂ 10-12 ਸਾਲ ਪਹਿਲਾਂ ਦੇ ਜਗਤਾਰ ਅਤੇ ਅੱਜ ਦੇ ਜਗਤਾਰ ਵਿੱਚ ਇੰਨਾ ਫਰਕ ਸੀ ਜਿੰਨਾ ਬਾਰਾਸਿੰਗੇ ਅਤੇ ਝੋਟੇ ਵਿੱਚ। ਮੰਜੇ 'ਤੇ ਬੈਠਾ ਹੀ ਲੇਬਰ ਦੁਆਰਾ ਤੋਰੀਆ ਚੁੱਕ ਕੇ ਟਰਾਲੀ ਵਿੱਚ ਲੱਦਦੇ ਵੇਖਣ ਲੱਗਾ ਤੇ ਥੋੜ੍ਹੀ ਦੇਰ ਬਾਅਦ ਬੋਲ ਉੱਠਦਾ, ਓਏ ਤੇਜ਼ ਪੈਰ ਚੁੱਕੋ, ਲੱਤਾਂ ਟੁੱਟੀਆਂ ਹੋਈਆਂ। ਹਰਮੀਤ ਵੀ ਰਮਕੂ ਨੂੰ ਨਾਲ ਲਈ ਉਹਨਾਂ ਦੇ ਲਾਗੇ ਖੜਾ ਹੁਕਮ ਚਲਾ ਰਿਹਾ ਸੀ। ਕਦੀ ਤੀਵੀਆਂ ਕੋਲ ਜਾ ਕੇ ਖੜਾ ਹੋ ਜਾਂਦਾ ਜੋ ਤੋਰੀਆਂ ਚੁੱਕ ਕੇ ਇੱਕ ਥਾਂ ਢੇਰ ਲਾ ਰਹੀਆਂ ਸਨ। ਕਦੀ ਕਿਸੇ ਦਾ ਰਾਹ ਰੋਕ ਕੇ ਖੜ ਜਾਂਦਾ ਤੇ ਮਸਕਰੀਆਂ ਕਰਦਾ। ਇੱਕ ਕੁੜੀ ਨੇ ਜਰਾ ਗੁੱਸਾ ਵਿਖਾਉਂਦੇ ਹੋਏ ਕਿਹਾ, ਸਰਦਾਰ ਜੀ ਇੱਕ ਪਾਸੇ ਖੜੇ ਹੋ ਜਾਓ ਤੇ ਸਾਨੂੰ ਕੰਮ ਕਰਨ ਦਿਓ। ਹਰਮੀਤ ਕੁਝ ਦੇਰ ਉਸ ਕੁੜੀ ਵੱਲ ਤੱਕਦਾ ਰਿਹਾ ਤੇ ਫੇਰ ਇੱਕ ਪਾਸੇ ਜਾ ਕੇ ਰਮਕੂ ਨੂੰ ਬੋਲਿਆ, ਬੜੀ ਜ਼ਬਰਦਸਤ ਚੀਜ਼ ਏ, ਕੀ ਚਾਲ ਏ ਤੇ ਕੀ ਰੰਗ ਰੂਪ। ਕਿਹੜੀ? ਰਮਕੂ ਨੇ ਪੁੱਛਿਆ। ਉਹ ਲਾਲ ਕੱਪੜਿਆਂ ਵਾਲੀ, ਜਿਸ ਨੇ ਪੈਰਾਂ 'ਚ ਪੰਜੇਬ ਤੇ ਕੰਨਾਂ ਵਿੱਚ ਚਾਂਦੀ ਦੇ ਝੁਮਕੇ ਪਾਏ ਹੋਏ ਨੇ। ਅੱਜ ਰਾਤ ਇਸ ਜੰਗਲੀ ਹਿਰਨੀ ਦਾ ਸ਼ਿਕਾਰ ਹੋਣਾ ਚਾਹੀਦਾ ਏ। ਤੁਸੀਂ ਚਿੰਤਾ ਨਾ ਕਰੋ, ਇਹਨਾਂ ਦੀ ਮਜ਼ਦੂਰੀ ਦੇ ਪੈਸੇ ਜਰਾ ਥੱਲੇ ਦੱਬ ਜਾਣ ਦਿਓ, ਫੇਰ ਵੇਖਾਂਗੇ। ਅਗਲੇ ਦਿਨ ਮਜ਼ਦੂਰਾਂ ਨੇ ਜਾਲ ਪਾ ਕੇ ਇੱਕ ਬਾਰਾਸਿੰਗਾ ਫੜ ਲਿਆ ਤੇ ਰਾਤ ਪਿਆਂ ਖਾ ਪੀ ਕੇ ਨੱਚਣ ਲੱਗੇ। ਆਮ ਤੌਰ 'ਤੇ ਇਹੋ ਜਿਹੇ ਮੌਕੇ 'ਤੇ ਮਾਲਕਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਸੀ, ਪਰ ਜਗਤਾਰ ਸਿੰਘ ਕੋਲ ਕੋਈ ਸੱਦਾ ਨਹੀਂ ਸੀ ਆਇਆ। ਉਹਨਾਂ ਦੇ ਢੋਲ ਅਤੇ ਨੱਚਣ ਗਾਉਣ ਦੀ ਆਵਾਜ਼ ਜਗਤਾਰ ਸਿੰਘ ਦੇ ਘਰ ਤੱਕ ਆ ਰਹੀ ਸੀ। ਹਰਾਮਜ਼ਾਦੇ ਕਿੰਨੇ ਬਦਜਨ ਹੋ ਗਏ ਨੇ। ਜਗਤਾਰ ਬੜਬੜਾਇਆ ਤੇ ਬੋਤਲ ਲੈ ਕੇ ਬੈਠ ਗਿਆ, ਪਰ ਹਰਮੀਤ ਤੋਂ ਨਹੀਂ ਰਿਹਾ ਗਿਆ।
ਉਸਨੇ ਅੱਧੀ ਬੋਤਲ ਚੜ੍ਹਾਈ ਤੇ ਰਮਕੂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਿਆ। ਮਜ਼ਦੂਰ ਟੋਲੀ ਦੇ ਸਰਪੰਚ ਨੇ ਉਹਨਾਂ ਵੱਲ ਕੌੜੀ ਨਜ਼ਰ ਨਾਲ ਵੇਖਿਆ ਤੇ ਫਿਰ ਮੌਕੇ ਅਤੇ ਪਰੰਪਰਾ ਦਾ ਲਿਹਾਜ਼ ਕਰਦਿਆਂ ਹੋਇਆ ਇੱਕ ਮੁੰਡੇ ਨੂੰ ਇਸ਼ਾਰਾ ਕੀਤਾ। ਮੁੰਡਾ ਮਿੱਟੀ ਦੇ 2 ਕਟੋਰੇ ਭਰ ਕੇ ਉਹਨਾਂ ਦੇ ਹੱਥ ਫੜਾ ਆਇਆ। ਨੌਜਵਾਨ ਮੁੰਡਿਆਂ ਕੁੜੀਆਂ ਦੀਆਂ 2 ਡਾਰਾਂ ਹੌਲੀ ਹੌਲੀ ਨੱਚ ਗਾ ਰਹੀਆਂ ਸਨ। ਕਦੀ ਕਦੀ ਦੋਵੇਂ ਡਾਰਾਂ ਇੱਕ ਦੂਜੇ ਵਿੱਚ ਮਿਲ ਜਾਂਦੀਆਂ ਤੇ ਉਹ ਗਾਉਂਦੇ ਹੋਏ ਇੱਕ ਦੂਜੇ ਦੇ ਲੱਕ ਵਿੱਚ ਹੱਥ ਪਾਈ ਝੂਮਣ ਲੱਗਦੇ। ਉਹ ਚਾਂਦੀ ਦੇ ਝੁਮਕਿਆਂ ਵਾਲੀ ਕੁੜੀ ਵੀ ਉਹਨਾਂ ਵਿੱਚ ਸੀ। ਹਰਮੀਤ ਨੂੰ ਜਰਾ ਕੁ ਲੋਰ ਆਇਆ ਤੇ ਉਹ ਵੀ ਨੱਚਣ ਦੇ ਖਿਆਲ ਨਾਲ ਉਹਨਾਂ ਦੇ ਵਿਚਕਾਰ ਜਾ ਖੜਾ ਹੋਇਆ ਤੇ ਨਸ਼ੇ ਵਿੱਚ ਊਟ ਪਟਾਂਗ ਹੱਥ ਪੈਰ ਹਿਲਾਉਣ ਲੱਗਾ। ਇੱਕ ਉੱਚਾ ਲੰਮਾ ਤੇ ਤਕੜੇ ਸਰੀਰ ਵਾਲਾ ਮੁੰਡਾ ਆਪਣੀ ਕਤਾਰ 'ਚੋਂ ਨਿਕਲਿਆ ਤੇ ਹਰਮੀਤ ਦੇ ਸਾਹਮਣੇ ਜਾ ਖੜਾ ਹੋਇਆ। ਦੋਵੇਂ ਇੱਕ ਦੂਜੇ ਵੱਲ ਕਰੋਧ ਭਰੀਆਂ ਅੱਖਾਂ ਨਾਲ ਵੇਖਣ ਲੱਗੇ। ਰਮਕੂ ਨੇ ਮੌਕੇ ਦੀ ਨਜ਼ਾਕਤ ਨੂੰ ਪਛਾਣਿਆ ਹੋਇਆ ਹਰਮੀਤ ਦਾ ਹੱਥ ਫੜ ਕੇ ਖਿੱਚ ਲਿਆ। ਸਰਪੰਚ ਨੇ ਵੀ ਮੁੰਡੇ ਨੂੰ ਆਖਿਆ, ਮੇਰੂ ਬਹਿ ਜਾ। ਮੇਰੂ ਨੇ ਆਪਣੀ ਬੋਲੀ ਵਿੱਚ ਕੁੜੀਆਂ ਮੁੰਡਿਆਂ ਨੂੰ ਕੁਝ ਕਿਹਾ ਤੇ ਉਹ ਸਾਰੇ ਨੱਚਣਾ ਗਾਉਣਾ ਬੰਦ ਕਰਕੇ ਉੱਥੋਂ ਖਿਸਕ ਗਏ। ਹਰਮੀਤ ਨੇ ਆ ਕੇ ਜਗਤਾਰ ਸਿੰਘ ਨੂੰ ਦੱਸਿਆ ਕਿ ਕਿਵੇਂ ਉਹਨਾਂ ਵਗਾਰੀਆਂ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ। ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ। ਜਗਤਾਰ ਦਾ ਮੂੰਹ ਗੁੱਸੇ ਵਿੱਚ ਲਾਲ ਹੋ ਉੱਠਿਆ। ਇੰਜ ਪਹਿਲਾਂ ਕਦੀ ਨਹੀਂ ਸੀ ਹੋਇਆ। ਇਹ ਤਾਂ ਇੱਕ ਤਰ੍ਹਾਂ ਦਾ ਵਿਦਰੋਹ ਸੀ, ਚੁਣੌਤੀ ਸੀ ਉਹਨਾਂ ਭੁੱਖਿਆਂ ਜੰਗਲੀ ਲੋਕਾਂ ਦਾ। ਮੈਂ ਵੇਖ ਲਾਂਗਾ ਇਹਨਾਂ ਕੁੱਤਿਆਂ ਨੂੰ ਸਾਲੇ। ਹੁਣ ਰੋਟੀ ਖਾਣ ਨੂੰ ਮਿਲ ਲੱਗ ਗਈ ਤਾਂ ਹਰਾਮਖੋਰੀ 'ਤੇ ਉੱਤਰ ਆਏ ਨੇ। ਪਰ ਨਾਲ ਹੀ 1 ਲੱਖ ਦੇ ਤੋਰੀਏ ਦਾ ਖਿਆਲ ਆ ਗਿਆ ਜੋ ਖੇਤਾਂ ਵਿੱਚ ਵਿਛਿਆ ਪਿਆ ਸੀ ਤੇ ਹਵਾ 'ਚ ਉੜਦੇ ਹਜ਼ਾਰਾਂ ਦੀ ਗਿਣਤੀ ਵਿੱਚ ਹਰੇ ਤੋਤੇ। ਜ਼ਰਾ ਤੋਰੀਆ ਚੁੱਕਿਆ ਜਾਵੇ, ਫਿਰ ਵੇਖਾਂਗੇ ਇਹਨਾਂ ਨੂੰ। ਸਾਲਿਆਂ ਦੀ ਟੰਗਾਂ ਨਾ ਭੰਨ ਦਿੱਤੀਆਂ। ਉਹ ਅੰਦਰੋਂ ਅੰਦਰੀ ਹਾਲੇ ਸੂਰਜ ਨਹੀਂ ਸੀ ਨਿਕਲਿਆ ਤੇ ਜਗਤਾਰ ਇੱਕ ਪਾਣੀ ਦੇ ਨਾਲੇ ਕੰਢੇ ਖੜਾ ਦਾਤਣ ਕਰ ਰਿਹਾ ਸੀ ਤੇ ਇੱਕ ਪਿੱਛੋਂ ਇੱਕ 12 ਸਿੰਘਾ ਨੱਸਦਾ ਹੋਇਆ ਆਇਆ ਅਤੇ ਨਾਲੇ ਨੂੰ ਛਾਲ ਮਾਰ ਕੇ ਪਾਰ ਕਰ ਗਿਆ। ਉਸ ਦੇ ਪਿੱਛੇ ਇੱਕ ਆਦਮੀ ਦੌੜਦਾ ਹੋਇਆ ਆਇਆ ਤੇ ਉਹ ਵੀ ਇੱਕ ਛਾਲ ਨਾਲ ਨਾਲਾ ਪਾਰ ਕਰਕੇ ਉਸ ਪਿੱਛੇ ਦੌੜਦਾ ਗਿਆ। ਪਿੱਛਾ ਕਰਨ ਵਾਲੇ ਨੇ ਸੱਜੇ ਹੱਥ ਵਿੱਚ ਇੱਕ ਬਰਛਾ ਚੁੱਕਿਆ ਹੋਇਆ ਸੀ। ਜਗਤਾਰ ਨੇ ਅੱਖਾਂ ਨਾਲ ਨਾਲੇ ਦੀ ਚੌੜਾਈ ਨੂੰ ਮਿਣਿਆ। 12-14 ਫੁੱਟ ਤੋਂ ਘੱਟ ਨਹੀਂ ਸੀ। ਉਸ ਨੂੰ ਯਾਦ ਆਇਆ ਕਿ ਉਹ ਬਹੁਤ ਸਾਲ ਪਹਿਲਾਂ ਉਸ ਦੇ ਵੀ ਇੰਝ ਹੀ ਕਿਸੇ ਜਾਨਵਰ ਦਾ ਪਿੱਛਾ ਕਰਦਿਆਂ ਇਸੇ ਨਾਲੇ ਨੂੰ ਛਾਲ ਮਾਰ ਕੇ ਪਾਰ ਕੀਤਾ ਸੀ ਤੇ ਰਜੀਆ ਉਸ ਵੱਲ ਵਿਸਮਤ ਨਜ਼ਰਾਂ ਨਾਲ ਵੇਖਦੀ ਰਹਿ ਗਈ ਸੀ। ਉਦੋਂ ਮੈਂ ਵੀ ਇਸੇ ਤਰ੍ਹਾਂ ਜਵਾਨ ਤੇ ਫੁਰਤੀਲਾ ਸਾਂ। ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ। ਹਿਰਨਾਂ ਨਾਲ ਦੌੜਾਂ ਲਾਉਂਦਾ, ਬੰਦੂਕ ਲੈ ਕੇ ਸਾਰਾ ਦਿਨ ਜੰਗਲਾਂ 'ਚ ਘੁੰਮਦਾ ਤੇ ਸ਼ਾਮ ਪਏ ਤੱਕ 30 ਕੋਹ ਪੈਂਡਾ ਕਰਕੇ ਘਰ ਵਾਪਸ ਆ ਜਾਂਦਾ ਸਾਂ। ਸ਼ਿਕਾਰ ਲਈ ਨਿਕਲਿਆ ਮੁੱਦਤਾਂ ਹੋ ਗਈਆਂ। ਜਦੋਂ ਵੀ ਰਜੀਆ ਗਈ ਏ, ਜਦ ਉਹ ਦਿਨ ਸਨ ਤਾਂ ਇਹ ਕੁਝ ਨਹੀਂ ਸੀ। ਜਦ ਇਹ ਸਭ ਕੁਝ ਹੈ ਤਾਂ ਉਹ ਦਿਨ ਨਹੀਂ ਰਹੇ। ਤੇ ਇੱਕ ਲੰਮਾ ਸਾਰਾ ਹੌਂਕਾ ਲੈ ਕੇ ਉਹ ਉੱਥੇ ਹੀ ਬੈਠ ਕੁਝ ਦੇਰ ਬਾਅਦ ਜਗਤਾਰ ਨੇ ਵੇਖਿਆ ਕਿ ਉਹ 12 ਸਿੰਘੇ ਦਾ ਪਿੱਛਾ ਕਰਨ ਵਾਲਾ ਮੁੰਡਾ ਵਾਪਸ ਆ ਰਿਹਾ ਹੈ। ਇਹ ਇੱਕ 22-23 ਵਰ੍ਹਿਆਂ ਦਾ, ਉਸ ਦੇ ਆਪਣੇ ਕੱਦ ਜਿੱਡਾ ਇੱਕ ਟੱਪਰੀਵਾਸ ਨੌਜਵਾਨ ਸੀ। ਸ਼ਾਇਦ ਇਹ ਉਹੀ ਹੋਵੇਗਾ ਜਿਸ ਬਾਰੇ ਹਰਮੀਤ ਜ਼ਿਕਰ ਕਰ ਰਿਹਾ ਸੀ। ਉਹ ਨਾਲੇ ਦੇ ਉਸ ਪਾਰ ਜਗਤਾਰ ਦੇ ਐਨ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਜਗਤਾਰ ਨੂੰ ਅਣਵੇਖਿਆ ਕਰਕੇ ਨਾਲੇ ਦੇ ਪਾਣੀ ਨਾਲ ਮੂੰਹ ਧੋਣ ਲੱਗਾ। ਜਗਤਾਰ ਨੂੰ ਲੱਗਾ ਜਿਵੇਂ ਪਹਿਲਾਂ ਕਦੀ ਉਸਨੇ ਇਸ ਨੂੰ ਕਿਤੇ ਵੇਖਿਆ ਹੋਵੇ। ਕੀ ਨਾਂ ਏ ਬਈ ਤੇਰਾ? ਜਗਤਾਰ ਨੇ ਪੁੱਛਿਆ। ਮੁੰਡੇ ਨੇ ਇੱਕ ਵਾਰੀ ਉੱਪਰ ਤੱਕਿਆ ਤੇ ਬੇਪਰਵਾਹੀ ਨਾਲ ਆਪਣਾ ਮੂੰਹ ਪੂੰਝਣ ਲੱਗਾ। ਮੈਂ ਤੇਰਾ ਨਾਂ ਪੁੱਛ ਰਿਹਾ ਹਾਂ, ਜਗਤਾਰ ਹਲੀਮੀ ਨਾਲ ਬੋਲਿਆ। ਮਹਿਰੂ। ਜਗਤਾਰ ਨੂੰ ਕੁਝ ਯਾਦ ਆਉਣ ਲੱਗਾ। ਉਸ ਨੇ ਇੱਕ ਵਾਰੀ ਰਜੀਆ ਨੂੰ ਕਿਹਾ ਸੀ, ਅਸੀਂ ਇਸ ਦਾ ਨਾਂ ਮਹਿਰੂ ਰੱਖਦੇ ਹਾਂ, ਤੂੰ ਮਿਹਰਦੀਨ ਕਹਿ ਕੇ ਬੁਲਾ ਲਿਆ ਕਰ। ਮੈਂ ਮਿਹਰ ਸਿੰਘ ਕਹਿ ਲਿਆ ਕਰਾਂਗਾ। ਤੂੰ ਇਹਨਾਂ ਨਾਲ ਹੀ ਰਹਿਣਾ ਏ? ਹਾਂ। ਤੇ ਤੇਰੇ ਮਾਂ ਪਿਓ? ਨਹੀਂ। ਤੂੰ ਇਹਨਾਂ ਦੀ ਜਾਤ ਦਾ ਨਹੀਂ ਲੱਗਦਾ, ਜਗਤਾਰ ਬੋਲਿਆ ਤੇ ਵੇਖਿਆ ਇੱਕ ਕੁੜੀ ਉਸ ਦੇ ਕੋਲ ਆ ਖੜੀ ਹੋਈ ਹੈ। ਉਸ ਦੀ ਨਜ਼ਰ ਅਚਾਨਕ ਕੁੜੀ ਦੇ ਕੰਨਾਂ 'ਚ ਲਮਕਦੇ ਚਾਂਦੀ ਦੇ ਝੁਮਕਿਆਂ 'ਤੇ ਆ ਕੇ ਰੁਕ ਗਈ। ਉਹ ਉਹੀ ਝੁਮਕੇ ਸਨ ਜੋ ਉਸਨੇ ਰਜੀਆ ਨੂੰ ਲਖੀਮਪੁਰ ਦੇ ਮੇਲੇ ਤੋਂ ਲਿਆ ਕੇ ਦਿੱਤੇ ਸਨ।
ਉਸ ਦਾ ਜੀ ਕੀਤਾ ਕਿ ਉਹ ਉਹਨਾਂ ਨੂੰ ਇਸ ਪਾਰ ਬੁਲਾ ਕੇ ਉਹਨਾਂ ਨਾਲ ਗੱਲਾਂ ਕਰੇ, ਪੁੱਛੇ ਰਜੀਆ ਕਿੱਥੇ ਹੈ, ਕਿਵੇਂ ਹੈ, ਕਦੀ ਇਸ ਜਗ੍ਹਾ ਬਾਰੇ, ਮੇਰੇ ਬਾਰੇ ਕੋਈ ਜ਼ਿਕਰ, ਕੋਈ ਗੱਲ ਨਹੀਂ ਕੀਤੀ ਹੋਣੀ। ਵੇਖ, ਜਿਸ ਥਾਂ 'ਤੇ ਤੂੰ ਖੜ੍ਹਾ ਏ ਇਹ ਜ਼ਮੀਨ ਤੇਰੀ ਏ। ਤੇਰੀ ਮਾਂ ਨਾਲ ਮੈਂ ਵਾਅਦਾ ਕੀਤਾ ਸੀ, ਤੂੰ ਇਹਨਾਂ ਟੱਪਰੀਵਾਸ ਲੋਕਾਂ ਦਾ ਸਾਥ ਛੱਡ ਦੇ, ਮੈਂ ਤੈਨੂੰ ਇੱਥੇ ਪੱਕਾ ਮਕਾਨ ਬਣਾ ਦੇਵਾਂਗਾ। ਕੀ ਵੇਖ ਰਹੇ ਹੋ ਮੇਰੇ ਵੱਲ ਇੰਜ ਘੂਰ ਘੂਰ ਕੇ? ਕੁੜੀ ਜਰਾ ਤਿੱਖੀ ਹੋ ਕੇ ਬੋਲੀ। ਚੱਲ ਚੱਲੀਏ, ਮੁੰਡੇ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ ਤੇ ਉਹ ਦੋਵੇਂ ਆਪਣੀਆਂ ਝੌਂਪੜੀਆਂ ਵੱਲ ਪਰਤ ਗਏ। ਇੱਕ ਝੁਮਕੇ ਉਸਨੇ ਕਹਿਣਾ ਚਾਹਿਆ ਪਰ ਆਵਾਜ਼ ਉਸ ਦੇ ਗਲੇ ਵਿੱਚ ਹੀ ਰੁਕ ਗਈ।